मन का स्वभाव मन व्यापी, मन मार कवन सिद्ध थापी, कवन सो मन जो मन मारै। मन को मार कहो किस तारै। रहाओ मन अंतर बोले सब कोई, मन मारे बिन भगत ना होई। कहो कबीर जो जाने पेओ, मन मधुसूदन त्रिभुवन देओ। कहो कबीर जो जाने पेओ, मन मधुसूदन त्रिभुवन देओ। वाहिगुरु जी का खालसा, वाहिगुरु जी की फतेह। सत संगत दो बार वाहू शब्द रसना तो निकलता है प्यारिओ। फतेह गजान लग्या संग्या चक्या ना करो, जरूर लाहा लिया करो। एक बार फिर आप जी खेचल गया इस उम्मीद नाल भी सारे लाहा लवोगे, सारे प्यार नाल आखो जी वाहिगुरु जी का खालसा, वाहिगुरु जी की फतेह। सुपरम सन्मानयोग जुगो जुग अटल चबर छतर ਅਤੇ ਤਖਤ ਦੇ ਮਾਲਕ ਬਾਣੀ ਕੇ ਗੋਹੇ ਸਰਬ ਸਾਂਝੀ ਵਾਲਕਾ ਦੇ ਲਖਾਇਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅਤੇ ਗੁਰਦੁਆਰਾ ਪਾਤਸ਼ਾਹੀ ਪਹਿਲੀ ਪਾਤਸ਼ਾਹੀ 6ਵੀਂ ਮਹਾਨ ਪਵਿੱਤਰ ਇਤਿਹਾਸਕ ਸਥਾਨ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਵਿਰਾਜਮਾਨ ਸ੍ਰੀ ਦਮਦਮਾ ਸਾਹਿਬ ਦੀ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਸਾਧ ਸੰਗਤ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਦਾਏ ਪ੍ਰਾਪਤ ਕੀਤੇ ਹਨ। ਸੋ ਗੁਰਦੇਵ ਆਪ ਸਾਰੀਆਂ ਸੰਗਤਾਂ ਦੀ ਯਾਤਰਾ ਸਫਲੀ ਕਰਨ, ਸੇਵਾ ਕਾਲ ਥਾਏ ਪਾਵਨ ਸਭਨਾਂ ਨੂੰ ਦੇ ਰੂਪਤਾ, ਪਰਿਵਾਰਾਂ ਵਿੱਚ ਪਰਸਪਰ ਪਿਆਰ, ਕਾਰੋਬਾਰਾਂ ਵਿੱਚ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਮਹਾਰਾਜ ਆਪ ਜੀ ਦੀ ਹਰ ਪ੍ਰਕਾਰ ਸਹਾਇਤਾ ਕਰਨ। ਇਸੇ ਪ੍ਰਕਾਰ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਸੋ ਸਨਮਾਨਯੋਗ ਸਾਧ ਸੰਗਤ, ਜਿਸ ਪ੍ਰਕਾਰ ਆਪ ਸਾਰੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੈ, ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਲੜੀਵਾਰ ਕਥਾ ਵਿਚਾਰ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਸੋ ਉਸ ਅਧੀਨ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਇੱਕ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1329 ਤੇ ਸੁਭਾਇਮਾਨ ਹੈ। ਸੋ
ਗੁਰਬਾਣੀ ਦੇ ਹਰ ਸ਼ਬਦ, ਸ਼ੰਤ, ਅਸ਼ਟਪਦੀ, ਸ਼ਲੋਕ, ਭਾਵੇਂ ਉਸ ਦਾ ਆਕਾਰ ਵਿਸਥਾਰ ਸਹਿਤ ਹੋਵੇ ਜਾਂ ਸੰਖੇਪ ਹੋਵੇ, ਉਹਦੇ ਵਿੱਚ ਸਤ ਸੰਗਤ ਸਾਡੇ ਵਾਸਤੇ ਕੋਈ ਮਿਲਵੇਂ ਬੱਝਵੇਂ ਰੂਪ ਵਿੱਚ ਉਪਦੇਸ਼ ਦਿੱਤਾ ਹੁੰਦਾ ਹੈ। ਸੋ ਅੱਜ ਦੇ ਇਹਨਾਂ ਪਾਵਨ ਬਚਨਾਂ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਮਨ ਦੇ ਸੰਬੰਧ ਵਿੱਚ ਸਾਡਾ ਮਾਰਗਦਰਸ਼ਨ ਕਰ ਰਹੇ। ਸਾਰਾ ਸ਼ਬਦ ਇੱਕੋ ਖਿਆਲ ਦੇ ਦੁਆਲੇ ਪਰਿਕਰਮਾ ਕਰਦਾ ਹੈ ਔਰ ਉਹ ਹੈ ਮਨ। ਸਭ ਤੋਂ ਪਹਿਲਾਂ ਸਾਧ ਸੰਗਤ ਜੀ ਸਮਝਣ ਵਾਲੀ ਗੱਲ ਇਹ ਹੈ ਕਿ ਮਨੁੱਖ ਦੀ ਫਿਤਰਤ ਹੈ, ਉਹ ਜਿਹੜੀ ਚੀਜ਼ ਨੂੰ ਦੇਖੇ, ਜਿਹੜੀ ਚੀਜ਼ ਉਹਨੂੰ ਨੰਗੀ ਅੱਖ ਨਾਲ ਦਿਸੇ, ਜਾਂ ਜਿਹਨੂੰ ਉਹ ਛੂਹ ਸਕਦਾ ਹੋਵੇ, ਜਿਹਨੂੰ ਉਹ ਮਹਿਸੂਸ ਕਰ ਸਕਦਾ ਹੋਵੇ, ਸੁੰਘ ਸਕਦਾ ਹੋਵੇ, ਤੱਕ ਸਕਦਾ ਹੋਵੇ, ਛੂਹ ਸਕਦਾ ਹੋਵੇ, ਉਹਦੇ ਤੇ ਯਕੀਨ ਕਰਦਾ ਵੀ ਇਹ ਹੈ। ਜਿਹੜੀ ਚੀਜ਼ ਇਹਨੂੰ ਨਜ਼ਰ ਨਾ ਪਏ, ਕਈ ਵਾਰ ਇਹ ਉਹਦੀ ਹੋਂਦ ਤੋਂ ਵੀ ਮੁਨਕਰ ਹੋ ਜਾਂਦਾ। ਜਿਹੜੀ ਚੀਜ਼ ਦਿਸਦੀ ਹੋਵੇ ਉਹਨੂੰ ਮੰਨਦਾ ਹੈ, ਜਿਹੜੀ ਚੀਜ਼ ਦਿਸੇ ਨਾ ਅਸੀਂ ਕਹਿੰਦੇ ਆ ਵੀ ਦਿਸਦੀ ਨਹੀਂ, ਖੋਰੇ ਹੈ ਕਿ ਨਹੀਂ। ਹੁਣ ਇਹਨੂੰ ਥੋੜਾ ਜਿਹਾ ਸਮਝ ਲਈਏ, ਮਨ ਕੀ ਹੈ? ਮਨ ਦਿਸਦਾ ਨਹੀਂ ਪਰ ਮਨ ਫਿਰ ਵੀ ਹੈ। ਉਹ ਹੈ ਕਿ ਉਹ ਕਿੱਥੇ ਰਹਿੰਦਾ ਹੈ, ਉਹਦਾ ਆਕਾਰ ਕਿਸ ਤਰ੍ਹਾਂ ਦਾ ਹੈ, ਉਹਦਾ ਰੂਪ ਕਿਸ ਤਰ੍ਹਾਂ ਦਾ ਹੈ, ਉਹਦਾ ਰੰਗ ਕਿਸ ਤਰ੍ਹਾਂ ਦਾ ਹੈ, ਕਿਉਂਕਿ ਸਾਰਾ ਮਨ ਦੀ ਸਾਰੀ ਲੀਲਾ ਹੈ ਨਾ। ਹੁਣ ਜਿੱਥੋਂ ਤੱਕ ਸਵਾਲ ਹੈ ਵੀ ਸਰੀਰ ਤੇ ਦਿਸਦਾ, ਤਨ ਤੇ ਦਿਸਦਾ, ਮਨ ਨਹੀਂ ਦਿਸਦਾ। ਜਿਤਨੇ ਇੱਕ ਸਰੀਰ ਬੈਠੇ ਹੋ, ਮੈਂ ਸਨਿਮਰ ਅਰਜ਼ ਕਰਾਂਗਾ ਵੀ ਲਾਹਾ ਲਿਆ ਜੇ। ਥੋੜੇ ਜਿਹੇ ਬਚਨ ਡੀਪ ਨੇ, ਡੂੰਘੇ ਨੇ, ਸ਼ੁਰੂ 'ਚ ਥੋੜੇ ਜਿਹੇ ਡਰਾਈ ਵੀ ਲੱਗਦੇ ਨੇ, ਪਰ ਜਦੋਂ ਤੱਕ ਇਹਨਾਂ ਨੂੰ ਸਮਝਾਂਗੇ ਨਹੀਂ, ਅੱਗੇ ਨਹੀਂ ਤੁਰ ਸਕਦੇ। ਇਹ ਵੀ ਸੱਚੀ ਗੱਲ ਹੈ। ਇਹ ਗੱਲ ਵੱਖਰੀ ਹੈ ਵੀ ਕੌਣ ਅੱਗੇ ਤੁਰਨਾ ਚਾਹੁੰਦਾ। ਅੱਗੇ ਵੀ ਤੇ ਤੁਰਨ ਵਾਲਾ ਕੋਈ ਕਰੋੜਾਂ ਚੋਂ ਇੱਕ ਹੈ ਨਾ, ਵਰਨਾ ਸਾਨੂੰ ਇੱਥੇ ਫੈਸਿਲਿਟੀ ਚਾਹੀਦੀਆਂ ਨੇ ਤੇ ਉਹ ਅਸੀਂ ਸਮਝਦੇ ਹੁਣ ਜੀਵਨ ਸਫਲ ਹੋ ਗਿਆ। ਇਹ ਮਨ ਦੀ ਸਾਰੀ ਜਿਹੜੀ ਧਾਰਮਿਕ ਸਾਧਨਾ ਸਾਰੀ ਮਨ ਤੇ ਖੜੀ। ਹੁਣ ਮਨ ਸਾਨੂੰ ਦਿਸਦਾ ਨਹੀਂ। ਹੁਣ ਮੈਂ ਅਰਜ਼ ਕਰਾਂ ਵੀ ਕਈ ਵਾਰਾਂ ਕੁਝ ਦਿਸਦਾ ਨਹੀਂ ਪਰ ਹੁੰਦਾ। ਤੁਸੀਂ ਕਹੋਗੇ ਕਿੱਦਾਂ? ਸਭ ਤੋਂ ਪਹਿਲੀ ਐਗਜ਼ਾਮਪਲ ਮੈਂ ਤੁਹਾਨੂੰ ਗ੍ਰੈਵਿਟੀ ਦੀ ਦਿਆਂ, ਜਿਸ ਨੂੰ ਗੁਰਤਵਾਕਰਸ਼ਣ ਵੀ ਕਹਿੰਦੇ। ਗ੍ਰੈਵਿਟੀ ਸਾਨੂੰ ਕਿਸੇ ਨੂੰ ਨਜ਼ਰ ਨਹੀਂ ਆਉਂਦੀ, ਪਰ ਪੂਰੇ ਗਲੋਬਲ ਦੇ ਉੱਤੇ ਉਹ ਆਪਣਾ ਕੰਮ ਕਰਦੀ ਹੈ। ਪੂਰੀ ਧਰਤੀ ਤੇ ਗੁਰਤਵਾਕਰਸ਼ਣ ਆਪਣਾ ਕੰਮ ਕਰਦੀ ਹੈ ਨਾ ਸਾਧ ਸੰਗਤ। ਕਿਸੇ ਵੀ ਚੀਜ਼ ਨੂੰ ਤੁਸੀਂ ਉੱਚੀ ਜਗ੍ਹਾ ਤੋਂ ਹੇਠਾਂ ਸੁੱਟੋ ਤੇ ਉਹ ਬੜੀ ਤੇਜ਼ੀ ਨਾਲ, ਜਿੱਦਣ ਖੋਜ ਕੀਤੀ, ਜਿਹਨੇ ਖੋਜ ਸਾਇੰਸਦਾਨ ਨੇ ਕੀਤੀ, ਉਹ ਕਿਸੇ ਬਾਗ ਵਿੱਚ ਸੀ, ਐਪਲ ਦਾ ਰੁੱਖ ਸੀ ਬੜਾ ਵੱਡਾ, ਇੱਕ ਐਪਲ ਟੁੱਟਾ ਔਰ ਉਹ ਥੱਲੇ ਡਿੱਗ ਪਿਆ ਔਰ ਉਹਦਾ ਮੱਥਾ ਠਣਕਿਆ ਵੀ ਐਪਲ ਟੁੱਟਾ ਹੈ, ਬਿਲਕੁਲ ਸੇਮ ਹਾਈਟ ਵਿੱਚ ਕਿਸੇ ਦਿਸ਼ਾ ਨੂੰ ਕਿਉਂ ਨਹੀਂ ਗਿਆ, ਉੱਪਰ ਨੂੰ ਕਿਉਂ ਨਹੀਂ ਗਿਆ? ਇਹ ਪੂਰਬ, ਪੱਛਮ, ਉੱਤਰ, ਦੱਖਣ ਕਿਉਂ ਨਹੀਂ ਗਿਆ, ਥੱਲੇ ਕਿਉਂ ਡਿੱਗਾ? ਉਹਨੇ ਖੋਜ ਸ਼ੁਰੂ ਕਰ ਦਿੱਤੀ। ਖੋਜ ਸ਼ੁਰੂ ਕਰਦਿਆਂ ਉਹਨੂੰ ਜਦੋਂ ਪਤਾ ਲੱਗਾ ਵੀ ਧਰਤੀ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਏ, ਤੇ ਉਸ ਪਾਵਰ ਦਾ ਨਾਂ ਉਹਨਾਂ ਨੇ ਗ੍ਰੈਵਿਟੀ ਰੱਖ ਦਿੱਤਾ। ਅੱਜ ਸਾਡੇ ਸਾਰਿਆਂ ਦੇ ਮੂੰਹ ਚੜਿਆ। ਹੁਣ ਗ੍ਰੈਵਿਟੀ ਕਿਸੇ ਨੂੰ ਦਿਸਦੀ ਤੇ ਨਹੀਂ ਨਾ ਸਾਧ ਸਕਦੀ। ਕਦੀ ਕਿਸੇ ਨੇ ਗ੍ਰੈਵਿਟੀ ਦੇਖੀ ਹੈ? ਗ੍ਰੈਵਿਟੀ ਨੂੰ ਏਦਾਂ ਛੂਹਿਆ ਹੱਥਾਂ ਨਾਲ, ਨੱਕ ਨਾਲ ਸੁੰਘਿਆ, ਅੱਖਾਂ ਨਾਲ ਵੇਖਿਆ? ਤਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕੌਮ ਦੇ ਵਾਰਸੋ, ਵੀ ਜਿਹੜੇ ਸ਼ਬਦ ਨੂੰ ਅਸੀਂ ਵਿਚਾਰ ਰਹੇ ਹਾਂ ਉਹ ਖਾਨੇ 'ਚ ਪੈ ਜਾਏ, ਉਹ ਗੱਲ ਸਮਝ ਵਿੱਚ ਆ ਜਾਏ ਵੀ ਬਾਣੀਕਾਰ ਕਹਿ ਕੀ ਰਹੇ ਨੇ। ਇਹੀ ਪ੍ਰਯੋਜਨ ਹੁੰਦਾ ਕਥਾ ਦਾ, ਹੋਰ ਤੇ ਕੋਈ ਪ੍ਰਯੋਜਨ ਨਹੀਂ ਹੁੰਦਾ। ਜੇ ਤੁਸੀਂ ਕੀਰਤਨ ਸੁਣਿਆ ਨਾ ਹੀ ਤਹਾਪੀ ਦੱਜਾਂ ਆਏ, ਬੜੀ ਸੋਹਣੀ ਰੀਤ ਸੀ। ਗੁਰਮੁਖ ਪਿਆਰੇ ਭਾਈ ਜਗਦੀਪ ਸਿੰਘ ਹਜੂਰੀ ਰਾਗੀ ਪੜ੍ਹ ਕੇ ਗਏ ਨੇ, ਸਾਈ ਮੇਰੇ ਚੰਗਾ ਕੀਤਾ। ਇਹ ਤੇ ਠੀਕ ਹੈ, ਗੱਲ ਸਮਝ ਆ ਗਈ। ਨਾ ਹੀ ਤਹਾਪੀ ਦੱਜਾਂ ਆਏ, ਦੱਸੋ ਇਹਦੇ ਕੀ ਅਰਥ ਨੇ? ਮੇਰਾ ਖਿਆਲ ਹੈ ਸ਼ਾਇਦ ਹੀ ਸੰਗਤ ਵਿੱਚ ਇੱਕ ਦਾ ਦੋ ਪ੍ਰਾਣੀ ਹੋਣ ਜਿਨ੍ਹਾਂ ਨੂੰ ਪਤਾ ਹੋਵੇ, ਅਦਰਵਾਈਜ਼ ਨਹੀਂ ਪਤਾ। ਇਹ ਕਿਵੇਂ ਪਤਾ ਲੱਗੇਗਾ? ਇਹ ਪਤਾ ਗੁਰਬਾਣੀ ਵਿਆਖਿਆ ਰਾਹੀਂ ਲੱਗੇਗਾ, ਅਦਰਵਾਈਜ਼ ਨਹੀਂ ਲੱਗੇਗਾ। ਮਨ ਕੀ ਹੈ? ਮਨ ਦਿਸਦਾ ਨਹੀਂ, ਮਨ ਨੂੰ ਸੁੰਘਿਆ ਨਹੀਂ ਜਾ ਸਕਦਾ, ਮਨ ਨੂੰ ਹੱਥਾਂ ਨਾਲ ਟੱਚ ਨਹੀਂ ਕੀਤਾ ਜਾ ਸਕਦਾ, ਪਰ ਮਨ ਹੈ। ਤੁਸੀਂ ਕਹੋਗੇ ਕਿੱਦਾਂ ਹੈ? ਜਿਹਨੂੰ ਸੁੰਘਿਆ ਨਹੀਂ ਜਾ ਸਕਦਾ, ਜਿਹਨੂੰ ਦੇਖਿਆ ਨਹੀਂ ਜਾ ਸਕਦਾ, ਜਿਹਨੂੰ
ਹੱਥਾਂ ਨਾਲ ਪਕੜਿਆ ਨਹੀਂ ਜਾ ਸਕਦਾ। ਅਸੀਂ ਕਿਵੇਂ ਮੰਨ ਲਈਏ ਭਾਈ? ਜਿਵੇਂ ਗ੍ਰੈਵਿਟੀ ਨੂੰ ਮੰਨ ਲੈਂਦੇ ਹੋ ਉਵੇਂ ਮਨ ਨੂੰ ਮੰਨ ਲਓ। ਮੈਨੂੰ ਬੜੀ ਪੀੜ ਹੁੰਦੀ ਹੈ ਭਾਈ, ਤੇਰੀ ਪੀੜ ਸਾਨੂੰ ਦਿਸਦੀ ਤੇ ਹੈ ਨਹੀਂ, ਨਾ ਅਸੀਂ ਤੇਰੀ ਦਰਦ ਨੂੰ ਸੁੰਘ ਪਾ ਰਹੇ ਹਾਂ, ਨਾ ਅਸੀਂ ਤੇਰੀ ਦਰਦ ਨੂੰ ਛੂਹ ਪਾ ਰਹੇ ਹਾਂ, ਨਾ ਅਸੀਂ ਤੇਰੀ ਦਰਦ ਨੂੰ ਵੇਖ ਪਾ ਰਹੇ ਹਾਂ। ਅਸੀਂ ਕਿਵੇਂ ਮੰਨੀਏ? ਕਹਿੰਦੇ ਜੀ ਤੁਸੀਂ ਮੰਨੋ ਜਾਂ ਨਾ ਮੰਨੋ, ਮੈਨੂੰ ਦਰਦ ਬਹੁਤ ਹੋ ਰਹੀ ਹੈ। ਦਰਦ ਦਿਸਦਾ ਨਹੀਂ ਨਾ, ਗ੍ਰੈਵਿਟੀ ਦਿਸਦੀ ਨਹੀਂ, ਫਿਰ ਵੀ ਦਰਦ ਹੁੰਦਾ ਹੈ। ਉਹ ਗ੍ਰੈਵਿਟੀ ਦਿਨ ਰਾਤ ਐਵਰੀ ਟਾਈਮ ਆਪਣਾ ਕੰਮ ਕਰਦੀ ਹੈ ਨਾ। ਜਿਸ ਤਰ੍ਹਾਂ ਗ੍ਰੈਵਿਟੀ ਗੁਰਤਵਾ ਸਾਨੂੰ ਦਿਸਦੀ ਨਹੀਂ ਪਰ ਹੈ ਪਿਆਰਿਓ, ਇਸ ਤਰ੍ਹਾਂ ਤੁਹਾਡੇ ਤਨ ਵਿੱਚ ਇੱਕ ਮਨ ਹੈ। ਉਸ ਮਨ ਨੂੰ ਤੁਸੀਂ ਛੂਹ ਨਹੀਂ ਸਕਦੇ, ਵੇਖ ਨਹੀਂ ਸਕਦੇ, ਸੁੰਘ ਨਹੀਂ ਸਕਦੇ, ਪਰ ਉਹਦੀ ਹੋਂਦ ਤੋਂ ਇਨਕਾਰ ਨਹੀਂ ਕਰ ਸਕਦੇ। ਉਹ ਹੈ ਤਾਂ ਸਹੀ। ਲਖੈ ਜੋ ਕੋਈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹੁਣ ਇਹ ਮਨ ਨਿਵਾਸ ਕਿੱਥੇ ਕਰਦਾ ਹੈ? ਇੱਕ ਗੱਲ, ਇਹ ਕਿਸ ਤਰ੍ਹਾਂ ਦਾ ਹੁੰਦਾ ਹੈ? ਇਹਦਾ ਆਕਾਰ, ਲੰਬਾਈ, ਚੜਾਈ, ਮੋਟਾਈ, ਕਿਹੜੇ ਕਲਰ ਦਾ ਹੁੰਦਾ ਹੈ, ਰੂਪ ਰੰਗ ਕੀ ਹੁੰਦਾ ਹੈ, ਔਰ ਨਿਵਾਸ ਕਿੱਥੇ ਕਰਦਾ ਹੈ? ਮਨ ਦੀ ਸਾਰੀ ਸਾਧਨਾ ਤਾਂ ਹੁੰਦੀਆਂ। ਇਹ ਮਨ ਕੀ ਹੈ, ਕਿੱਥੇ ਰਹਿੰਦਾ ਹੈ? ਤੋਂ ਮਨ ਦਾ ਕੋਈ ਆਕਾਰ ਨਹੀਂ। ਕਿਸੇ ਦੀ ਡੈਡ ਬੋਡੀ ਦਾ ਪੋਸਟਮਾਰਟਮ ਕਰਕੇ ਵਿੱਚੋਂ ਹਾਰਟ ਵੇਖਣਾ ਹੋਵੇ ਵੇਖ ਸਕਦੇ ਹੋ, ਕਿਡਨੀ ਦੇਖ ਸਕਦੇ ਹੋ, ਗੁਰਦੇ ਦੇਖ ਸਕਦੇ ਹੋ, ਪਰ ਤੁਸੀਂ ਮਨ ਦੇਖਣਾ ਚਾਹੋ, ਮੈਨੂੰ ਖਿਮਾ ਕਰਨਾ, ਤੇ ਮਨ ਨੂੰ ਤੁਸੀਂ ਪੋਸਟਮਾਰਟਮ ਕਰਕੇ ਵੀ ਨਹੀਂ ਦੇਖ ਸਕਦੇ। ਇਹ ਨਿਰਾਕਾਰ, ਇਹਦਾ ਕੋਈ ਰੂਪ ਰੰਗ ਨਹੀਂ। ਇਹ ਸਾਡੇ ਵਿਚਾਰਾਂ ਦਾ ਸੰਗ੍ਰਹਿ ਹੈ। ਸਾਡਾ ਜਿਹੜਾ ਮਨ ਹੈ ਉਹ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਜਿੱਥੇ ਹਰ ਵਕਤ ਕੁਝ ਵਿਚਾਰ ਆਉਂਦੇ ਰਹਿੰਦੇ ਨੇ, ਕੁਝ ਵਿਚਾਰ ਜਾਂਦੇ ਰਹਿੰਦੇ। ਤੁਸੀਂ ਰੇਲਵੇ ਸਟੇਸ਼ਨ ਜਾਓ, ਦਿਨੇ ਜਾਓ, ਰਾਤ ਜਾਓ, ਸਵੇਰ ਜਾਓ, ਸ਼ਾਮ ਜਾਓ, ਹਰ ਵਕਤ ਕੋਈ ਟ੍ਰੇਨ ਆ ਰਹੀ ਹੈ ਤੇ ਕੋਈ ਟ੍ਰੇਨ ਜਾ ਰਹੀ ਹੈ। ਅਨਾਉਂਸਮੈਂਟ ਸਾਰੀ ਰਾਤ ਹੁੰਦੀ ਰਹਿੰਦੀ ਹੈ, ਫਲਾਂ ਟ੍ਰੇਨ ਆ ਰਹੀ ਹੈ, ਫਲਾਂ ਪਲੇਟਫਾਰਮ ਤੇ, ਉਹ ਫਲਾਣੇ ਸ਼ਹਿਰ ਚੋਂ ਆਈ ਹੈ, ਫਲਾਣੇ ਸ਼ਹਿਰ ਚੋਂ ਜਾਏਗੀ, ਹੁਣ ਦੂਸਰੀ ਸਾਈਡ ਤੋਂ ਆ ਰਹੀ ਹੈ। ਹੁਣ ਇੱਕ ਜਿਹੜੀ ਟ੍ਰੇਨ ਖੜੀ ਸੀ ਆ ਕੇ ਭਾਈ ਉਹ ਡਿਪਾਰਚਰ ਕਰ ਰਹੀ ਹੈ, ਭੱਜ ਕੇ ਚੜ੍ਹ ਜਾਓ, ਰਹਿ ਨਾ ਜਾਏ। ਸਾਰੀ ਰਾਤ ਅਨਾਉਂਸਮੈਂਟਸ ਹੁੰਦੀਆਂ ਨੇ ਨਾ। ਜਿਸ ਤਰ੍ਹਾਂ ਰੇਲਵੇ ਸਟੇਸ਼ਨ ਤੇ ਸਾਰੀ ਰਾਤ ਟ੍ਰੇਨਾਂ ਆਉਂਦੀਆਂ ਨੇ, ਦਿਨੇ ਆਉਂਦੀਆਂ ਨੇ, ਜਾਂਦੀਆਂ ਨੇ, ਸਾਡਾ ਮਨ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਜਿੱਥੇ ਹਰ ਵਕਤ ਫੁਰਨੇ ਆਉਂਦੇ ਰਹਿੰਦੇ। ਇੱਥੋਂ ਤੱਕ ਜਦੋਂ ਅਸੀਂ ਸੌਂ ਜਾਂਦੇ ਹਾਂ ਉਦੋਂ ਵੀ ਸੁਪਨੇ ਦੇ ਰੂਪ ਵਿੱਚ ਫੁਰਨੇ ਆਉਂਦੇ ਰਹਿੰਦੇ। ਕਦੀ ਵੀ ਇਹ ਨਿਰਵਿਚਾਰ ਨਹੀਂ ਹੁੰਦਾ। ਮਨ ਜਿਹੜਾ ਹੈ ਉਹ ਨਿਰਵਿਚਾਰ ਨਹੀਂ ਹੁੰਦਾ। ਉਸ ਪਲੇਟਫਾਰਮ ਤੇ ਕੁਛ ਨਾ ਕੁਛ ਆਉਂਦਾ ਰਹਿੰਦਾ ਹੈ, ਕੁਛ ਨਾ ਕੁਛ ਜਾਂਦਾ ਰਹਿੰਦਾ। ਇਹ ਤੇ ਇੰਗਲੈਂਡ ਦੇ ਹੀਥਰੋ 에ਅਰਪੋਰਟ ਨੂੰ ਵੀ ਮਾਤ ਪਾਉਂਦਾ ਹੈ, ਜਿੱਥੇ ਹਰ 50 ਸੈਕਿੰਡ ਬਾਅਦ ਇੱਕ ਪਲੇਨ ਲੈਂਡ ਕਰਦਾ ਹੈ ਤੇ ਇੱਕ ਪਲੇਨ ਫਲਾਈਟ ਲੈਂਦਾ। ਇੱਥੇ ਤੇ 50 ਸੈਕਿੰਡਾਂ ਵਿੱਚ ਪਤਾ ਨਹੀਂ ਕਿੰਨੇ ਕੁ ਪਲੇਨ ਲੈਂਡ ਕਰ ਜਾਂਦੇ ਨੇ ਤੇ ਕਿੰਨੇ ਕੁ ਫਲਾਈਟ ਲੈ ਜਾਂਦੇ ਨੇ। ਬਹੁਤ ਤਗੜਾ ਪਲੇਟਫਾਰਮ ਹੈ ਸਾਡਾ ਮਨ, ਅੰਤਸ਼ਕਰਨ। ਇਹ ਹੈ ਮਨ, ਵਿਚਾਰਾਂ ਦਾ ਸੰਗ੍ਰਹਿ ਹੈ। ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਲੰਬਾਈ ਨਹੀਂ, ਕੋਈ ਚੜਾਈ ਨਹੀਂ, ਕੋਈ ਮੋਟਾਈ ਨਹੀਂ, ਪਰ ਹੈ। ਦਿਸਦਾ ਨਹੀਂ, ਛੂ ਨਹੀਂ ਸਕਦੇ, ਸੁੰਘ ਨਹੀਂ ਸਕਦੇ, ਪਰ ਹੈ। ਜਿਵੇਂ ਪੀੜ ਤੇ ਗ੍ਰੈਵਿਟੀ ਅਸੀਂ ਮੰਨ ਲਿਆ ਵੀ ਹੈਗੀਆਂ ਨੇ, ਇਸੇ ਤਰ੍ਹਾਂ ਪਿਆਰਿਓ ਮਨ ਵੀ ਹੈਗਾ ਹੈ, ਭਾਵੇਂ ਦਿਸਦਾ ਨਹੀਂ। ਹੁਣ ਇਹ ਮਨ ਮਨੁੱਖ ਦੇ ਤਨ ਵਿੱਚ ਵਾਸ ਕਰਦਾ, ਇਹ ਵੀ ਗੱਲ ਸਹੀ। ਜੇ ਤਨ ਨਹੀਂ ਤੇ ਮਨ ਵੀ ਨਹੀਂ। ਹੁਣ ਤਨ ਹੈ ਤੇ ਤਨ ਨੂੰ ਇਹ ਨਚਾਉਂਦਾ ਹੈ ਨਾ। ਜਿਸ ਤਰ੍ਹਾਂ ਕੋਈ ਮੋਟਰ ਹੈ, ਉਸ ਮੋਟਰ ਦੀ ਕੋਈ ਮਰਜ਼ੀ ਨਹੀਂ ਵੀ ਉਹਨੇ ਕਿੱਥੇ ਜਾਣਾ। ਉਸ ਮੋਟਰ ਵਿੱਚ, ਉਸ ਬੱਸ ਵਿੱਚ ਜਿਹੜਾ ਡਰਾਈਵਰ ਬੈਠਾ ਹੈ, ਉਸ ਡਰਾਈਵਰ ਦੀ ਮਰਜ਼ੀ ਹੈ, ਜਿੱਧਰ ਮਰਜ਼ੀ ਲੈ ਜਾਏ। ਇਸੇ ਤਰ੍ਹਾਂ ਜਿਹੜਾ ਸਾਡਾ ਤਨ ਰੂਪੀ ਵਹੀਕਲ ਹੈ ਨਾ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹੁ। ਹੁਣ ਰਥ ਤੇ ਸਰੀਰ ਹੋ ਗਿਆ ਤੇ ਰਥਵਾਹੁ ਕੌਣ ਹੈ ਪਿਆਰਿਓ? ਸਾਰਥੀ ਕੌਣ ਹੈ? ਉਹ ਮਨ ਹੈ। ਤਨ ਨੂੰ ਚਲਾਉਣ ਵਾਲਾ ਮਨ। ਤਨ ਰਥ ਹੈ, ਮਨ ਰਥਵਾਹੁ ਹੈ। ਇਸ ਤਨ ਨੂੰ ਮਨ ਚਲਾਉਂਦਾ। ਮਨ ਕਹਿੰਦਾ ਵੀ ਤੂੰ ਏਦਾਂ ਕਰ, ਏਦਾਂ ਨਾ ਕਰ, ਇਹ ਖਾ, ਆ ਨਾ ਖਾ, ਉੱਥੇ ਜਾ, ਉੱਥੇ ਨਾ ਜਾ, ਆ ਬੋਲ, ਆ ਨਾ ਬੋਲ। ਮਨ ਕਹਿੰਦਾ ਨਾ। ਤੋ ਇਸ ਤਨ ਨੂੰ ਮਨ ਚਲਾਉਂਦਾ।
ਇਸ ਵਾਸਤੇ ਹਜ਼ੂਰ ਨੇ ਤਨ ਦੇ ਉੱਤੇ ਜ਼ੋਰ ਘੱਟ ਦਿੱਤਾ ਹੈ, ਨਾ ਮਾਤਰ ਦਿੱਤਾ ਹੈ, ਮਨ ਤੇ ਜ਼ੋਰ ਦਿੱਤਾ ਹੈ। ਹੁਣ ਅਸੀਂ 에ਅਰਪੋਰਟ 10 20 50 ਸਰੀਰ ਛੱਡਣੇ ਨੇ ਤੇ ਬੱਸ ਨੂੰ ਜਾ ਕੇ ਧੱਫਾ ਮਾਰ ਕੇ ਥੋੜਾ ਕਵਾਂਗੇ ਵੀ ਇਹ ਬੱਸ ਆ 20 ਸਵਾਰੀਆਂ ਇੰਟਰਨੈਸ਼ਨਲ 에ਅਰਪੋਰਟ ਤੇ ਛੱਡ ਦੇਈ ਨਾ। ਡਰਾਈਵਰ ਨੂੰ ਕਹਿਣਾ ਭਾਈ ਇਹਨਾਂ ਨੂੰ ਲੈ ਜਾ, ਇੱਕ ਜਗ੍ਹਾ ਤੇ ਸਟੇ ਕਰ ਲਈ, ਉੱਥੇ ਥੋੜਾ ਇਹਨਾਂ ਨੂੰ ਬਾਥਰੂਮ ਵਗੈਰਾ ਦੀ ਹਾਜ਼ਤ ਹੋਵੇ, ਕਿਸੇ ਨੇ ਕੌਫੀ ਚਾਹ ਲੈਣੀ ਹੈ ਲੈ ਲੈਣ ਦੀ, ਔਰ ਉੱਥੋਂ ਫਿਰ ਸਿੱਧਾ 에ਅਰਪੋਰਟ ਤੇ। ਡਰਾਈਵਰ ਨੂੰ ਸਮਝਾਉਂਦੇ, ਬੱਸ ਨੂੰ ਨਹੀਂ ਸਮਝਾਉਂਦੇ, ਕਾਰ ਨੂੰ ਨਹੀਂ ਸਮਝਾਉਂਦੇ, ਡਰਾਈਵਰ ਨੂੰ ਸਮਝਾਉਂਦੇ। ਤੋ ਪਿਆਰਿਓ, ਇਸ ਤਰ੍ਹਾਂ ਹਜ਼ੂਰ ਮਨ ਨੂੰ ਸਮਝਾਉਂਦੇ ਨੇ, ਤਨ ਨੂੰ ਨਹੀਂ ਸਮਝਾਉਂਦੇ, ਕਿਉਂਕਿ ਮਨ ਨੇ ਹੀ ਤਨ ਨੂੰ ਤੋੜਨਾ। ਤਨ ਕੀ ਕਰੇਗਾ? ਜਿੱਧਰ ਮਨ ਲੈ ਜਾਏਗਾ ਉਧਰ ਚਲਾ ਜਾਏਗਾ। ਲਿਹਾਜ਼ਾ ਮਨ ਦੇ ਉੱਤੇ ਸਾਰਾ ਜ਼ੋਰ ਹੈ। ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ। ਇਹ ਮਨ ਮੇਰਿਆ, ਮੇਰਾ ਖਿਆਲ ਹੈ ਜੇ ਤੁਸੀਂ ਮਨ ਸ਼ਬਦ ਤੁਕ ਤਤਕਰੇ ਚੋਂ ਲੱਭੋ ਤੇ ਤੁਹਾਨੂੰ ਕਈ 100 ਪੰਨਾ ਇਸੇ ਦੇ ਉੱਤੇ ਹੀ ਮਿਲ ਜਾਏਗਾ। ਮਨ ਨੂੰ ਹੀ ਮਹਾਰਾਜ ਮੁਖਾਤਬ ਕਰਦੇ। ਤਨ ਦੇ ਸੰਬੰਧ ਵਿੱਚ ਦਰਜਨਾ ਪ੍ਰਮਾਣ ਹੋਣਗੇ, ਮਨ ਦੇ ਸੰਬੰਧ ਵਿੱਚ ਸੈਂਕੜੇ ਛੱਡ ਕੇ ਹੋ ਸਕਦਾ ਹਜ਼ਾਰਾਂ ਵੀ। ਜੇ ਤੁਸੀਂ ਸਹਿਜ ਪਾਠ ਸ਼ੁਰੂ ਕਰੋ ਨਾ, ਇਹ ਖੋਜ ਕਰਨ ਲਈ ਤਨ ਨੂੰ ਕਿੰਨਾ ਕੁ ਪ੍ਰੇਰਿਆ ਤੇ ਮਨ ਨੂੰ ਕਿੰਨਾ। ਤਨ ਨੂੰ ਕਿਤੇ ਕਿਤੇ ਸਰੀਰਾ ਮੇਰਿਆ ਹੈ, ਕਿਤੇ ਕਿਤੇ ਹੈ, ਪਰ ਜ਼ਿਆਦਾਤਰ ਮਨ ਨਾਲ ਸੰਬੰਧਿਤ ਗੱਲਾਂ ਕੀਤੀਆਂ, ਕਿਉਂਕਿ ਮਨ ਹੀ ਸਾਡੇ ਤਨ ਨੂੰ ਹੈਂਡਲ ਕਰਦਾ। ਤੇ ਜੇ ਮਨ ਨੂੰ ਸਮਝਾ ਦਈਏ ਤੇ ਮਨ ਆਪਣੇ ਤਨ ਨੂੰ ਉਸ ਵਿਧੀ ਅਨੁਸਾਰ ਉਹਦੇ ਤੋਂ ਕੰਮ ਲੈ ਲਏਗਾ, ਸਦਉਪਯੋਗ ਕਰ ਲਏਗਾ। ਹੁਣ ਆਓ ਅਲਾਈ ਬਚਨਾਂ ਵੱਲ ਆਪ ਜੀ ਦਾ ਧਿਆਨ। ਮਨ ਕਾ ਸੁਭਾਉ ਮਨ ਹੈ ਵਿਆਪੀ, ਮਨ ਮਾਰ ਕਵਨ ਸਿੱਧ ਥਾਪੀ। ਜਿਹੜੇ ਜਿਹੜੇ ਵਿਅਕਤੀ ਦਾ ਜਿਸ ਤਰ੍ਹਾਂ ਦਾ ਸੁਭਾਅ ਬਣ ਜਾਂਦਾ ਨਾ, ਉਸੇ ਤਰ੍ਹਾਂ ਹੀ ਉਹ ਬਾਕੀ ਦੀ ਜ਼ਿੰਦਗੀ 'ਚ ਕੰਮ ਕਰੀ ਜਾਂਦਾ। ਯਤਨ ਕਰਨ ਨਾਲ ਥੋੜਾ ਬਹੁਤ ਫਰਕ ਪੈਂਦਾ ਹੈ। ਮੈਂ ਅਰਜ਼ ਕਰਦੇ ਹਾਂ, ਇਹ ਜਿਹੜਾ ਮਨ ਹੈ ਇਹ ਆਤਮਾ ਦੇ ਨਾਲ ਸਫ਼ਰ ਕਰਦਾ ਹੈ। ਜਦੋਂ ਸਰੀਰ ਡਿੱਗ ਪੈਂਦਾ ਹੈ, ਜਿਹਨੂੰ ਅਸੀਂ ਡੈਥ ਕਹਿੰਦੇ ਹਾਂ, ਤੇ ਇੱਕ ਲਾਈਫ ਹੈ ਜਿਹਨੂੰ ਤੁਸੀਂ ਲਾਈਫ ਆਫਟਰ ਡੈਥ ਕਹਿੰਦੇ, ਮਰਨੋਪਰੰਤ ਜ਼ਿੰਦਗੀ। ਹੁਣ ਜਿਹੜੀ ਉਹ ਮਰਨੋਪਰੰਤ ਜ਼ਿੰਦਗੀ ਹੈ, ਉਹਦੇ ਵਿੱਚ ਆਤਮਾ ਜਿਹੜੀ ਹੈ ਔਰ ਸੂਖਸ਼ਮ ਸਰੀਰ, ਇਹ ਸਾਡੇ 5 ਭੂਤਕ ਸਰੀਰ ਦੇ ਵਿੱਚ ਇੱਕ ਹੋਰ ਸਰੀਰ ਹੈ। ਜਿਨ੍ਹਾਂ ਨੇ ਬਹੁਤ ਜ਼ਿਆਦਾ ਅਧਿਐਨ ਕੀਤਾ, ਮੈਡੀਟੇਸ਼ਨ ਕੀਤਾ, ਬਹੁਤ ਥੱਲੇ ਉਤਰ ਗਏ, ਡੂੰਘੇ ਉਤਰ ਗਏ, ਉਹ ਕਹਿੰਦੇ ਫਿਰ ਇੱਕ ਹੋਰ ਸਰੀਰ ਹੈ, ਇੱਕ ਹੋਰ ਸਰੀਰ ਹੈ। ਇੱਕ ਮੋਟਾ ਸਰੀਰ ਅਸੀਂ ਤਿਆਗਦੇ ਹਾਂ, ਇਹਦੇ ਵਿੱਚੋਂ ਹੂ ਬਹੂ ਇਸ ਤਰ੍ਹਾਂ ਦਾ ਸਰੀਰ ਇੱਕ ਉੱਠ ਕੇ ਖੜਾ ਹੁੰਦਾ, ਯਾਤਰਾ ਤੇ ਨਿਕਲ ਜਾਂਦਾ। ਹੁਣ ਇਹ ਮਨ ਕਿਵੇਂ ਤਨ ਦੇ ਨਾਲ ਜਾਂਦਾ ਹੈ, ਮਨ ਕਿਵੇਂ ਸੂਖਸ਼ਮ ਸਰੀਰ ਦੇ ਨਾਲ ਜਾਂਦਾ ਹੈ? ਜਿਸ ਤਰ੍ਹਾਂ ਤੁਹਾਡੇ ਫੋਨ ਦੇ ਵਿੱਚ ਮੈਮਰੀ ਆ ਜਾਂਦੀ, ਕਦੀ ਕਦੀ ਤੇ ਇਸ ਤਰ੍ਹਾਂ ਵੀ ਹੁੰਦਾ ਹੈ ਬਈ ਤੁਸੀਂ ਸਿਮ ਕੱਢ ਕੇ ਦੂਜੀ ਪਾ ਲਓ ਤੇ ਕੁਛ ਨਾ ਕੁਛ ਉਹਦੇ ਵਿੱਚ ਰਿਕਾਰਡ ਫਿਰ ਵੀ ਰਹਿ ਜਾਂਦਾ। ਮਹਾਰਾਜ ਕਹਿੰਦੇ ਆਤਮਾ ਦੇ ਨਾਲ ਤਨ ਸਫ਼ਰ ਕਰਦਾ ਹੈ, ਮਨ ਜਿਹੜਾ ਹੈ। ਜੇ ਸਾਨੂੰ ਜਨਮ ਵੇਲੇ ਇੱਕ ਮਨ ਮਿਲਿਆ ਹੋਵੇ ਤੇ ਮੌਤ ਵੇਲੇ ਡਨ ਹੋ ਜਾਏ, ਤੇ ਫਿਰ ਇਹ ਨਹੀਂ ਸੀ ਲਿਖਣਾ ਵੀ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੁਆ ਛਿਆ। ਉਂਝ ਤੇ ਕਈ ਮੈਥਡ ਨੇ ਅਧਿਆਤਮਕ ਬਾਤ ਦੇ। ਇੱਥੇ ਗੁਰਬਾਣੀ ਦੀ ਉਦਾਹਰਨ ਤਾਂ ਦੇਣੀ ਜ਼ਰੂਰੀ ਹੈ ਕਿਉਂਕਿ ਇੱਥੇ ਗੁਰੂ ਨਾਨਕ ਨਾਮ ਲੈਵਾ ਸਕਤਾ ਵੀ, ਉਹਨਾਂ ਦੀ ਖਾਤਰ, ਉਹਨਾਂ ਦੀ ਤਸੱਲੀ ਗੁਰਬਾਣੀ ਨਾਲ ਹੁੰਦੀ ਹੈ। ਹੁਣ ਗੁਰਬਾਣੀ ਵਿੱਚ ਇਹ ਫਰਮਾਨ ਹੈ ਵੀ ਮਨ ਅੱਜ ਦੀ ਖੇਡ ਨਹੀਂ, ਇਸ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ। ਤਨ ਖਤਮ ਹੋ ਜਾਏ, ਮਨ ਫਿਰ ਵੀ ਖਤਮ ਨਹੀਂ। ਏਅਰ ਕ੍ਰੈਸ਼ ਹੋ ਜਾਏ ਤੇ ਉਹਦੇ ਵਿੱਚ ਬਲੈਕ ਬਾਕਸ ਫਿਰ ਵੀ ਰਹਿੰਦਾ। ਉਹਨੂੰ ਕੱਢ ਕੇ ਲੈਬੋਰਟਰੀ 'ਚ ਜਾ ਕੇ ਪਤਾ ਲਾਉਂਦੇ ਨੇ ਕ੍ਰੈਸ਼ ਕਿਵੇਂ ਹੋਇਆ ਸੀ, ਕੀ ਪ੍ਰੋਬਲਮ ਆਈ ਸੀ ਪਲੇਨ ਵਿੱਚ, ਜਿਹੜਾ ਪਲੇਨ ਕ੍ਰੈਸ਼ ਹੋ ਗਿਆ। ਉਹ ਬਲੈਕ ਬਾਕਸ ਕਦੀ ਵੀ ਖਤਮ ਨਹੀਂ ਹੁੰਦਾ, ਭਾਵੇਂ ਉਹਦੇ 'ਚ ਕਿੰਨਾ ਤਗੜਾ ਬਲਾਸਟ ਹੋ ਜਾਏ। ਹਰ ਪਲੇਨ ਵਿੱਚ ਇੱਕ ਬਲੈਕ ਬਾਕਸ ਹੁੰਦਾ ਯੈਲੋ ਕਲਰ ਦਾ, ਪਰ ਪਤਾ ਨਹੀਂ ਕਿਉਂ ਉਹਦਾ ਨਾਮ ਬਲੈਕ ਬਾਕਸ ਹੈ। ਮੈਂ ਵੀ ਅਰਜ਼ ਕਰਦਾ, ਕਲਰ ਉਹਦਾ ਯੈਲੋ ਹੁੰਦਾ।
ਉਹ ਬਲੈਕ ਬਾਕਸ ਸਾਸਨ ਖਤਮ ਨਹੀਂ ਹੁੰਦਾ। ਉਹਨੂੰ ਲਿਆ ਕੇ, ਉਹਨੂੰ ਲੱਭ ਕੇ, ਖੋਜ ਕਰਕੇ, ਜਿਵੇਂ 에ਅਰ ਕ੍ਰੈਸ਼ ਹੁੰਦਾ, ਤੁਹਾਨੂੰ ਪਤਾ ਟੀਮਾਂ ਨਿਕਲ ਜਾਂਦੀਆਂ ਨੇ ਹੈਲੀਕਾਪਟਰਾਂ ਤੇ, ਜੇ ਸਮੁੰਦਰ ਵਿੱਚ ਡਿੱਗਾ ਹੈ ਤੇ ਉਹ ਛੋਟੇ ਕਸ਼ਤੀਆਂ ਤੇ ਇੱਧਰ ਉੱਧਰ ਖੋਜ ਸ਼ੁਰੂ ਹੋ ਜਾਂਦੀ ਹੈ, ਬਈ ਡੈਡ ਬੋਡੀਜ਼ ਲੱਭੋ, ਇਹ ਲੱਭੋ, ਪਤਾ ਲਾਓ। ਬਲੈਕ ਬਾਕਸ ਮਿਲ ਜਾਏ ਫਿਰ ਉਹ ਰਿਲੈਕਸ ਹੋ ਜਾਂਦੇ। ਮਲਬੇ ਦਾ ਕੀ ਕਰਾਂਗੇ, ਹੁਣ ਸਾਡੇ ਕੋਲ ਵੀਡੀਓਗ੍ਰਾਫੀ ਆ ਗਈ। ਉਹ ਜਿਹੜਾ ਬਲੈਕ ਬਾਕਸ ਖਤਮ ਨਹੀਂ ਹੁੰਦਾ, 에ਅਰ ਕ੍ਰੈਸ਼ ਭਾਵੇਂ ਹੋ ਵੀ ਜਾਏ, ਇਸ ਤਰ੍ਹਾਂ ਜਦੋਂ ਬਾਡੀ ਕ੍ਰੈਸ਼ ਹੋ ਜਾਂਦੀ ਹੈ ਤਾਂ ਵੀ ਮਨ ਰੂਪੀ ਬਲੈਕ ਬਾਕਸ ਮੌਜੂਦ ਰਹੇਗਾ। ਉਹ ਆਤਮਾ ਦੇ ਨਾਲ ਅੱਗੇ ਨਿਕਲਣਾ। ਫਿਰ ਅਗਲੇ ਜਨਮ ਵਿੱਚ ਵੀ ਚੰਗੇ ਕੰਮ ਨਹੀਂ ਕੀਤੇ ਤੇ ਉਹਦੇ ਤੇ ਹੋਰ ਮੈਲ ਦੀ ਪਰਤ ਬਣ ਜਾਂਦੀ ਹੈ, ਇੱਕ ਹੋਰ ਪਰਤ ਬਣ ਜਾਂਦੀ ਹੈ, ਇੱਕ ਹੋਰ ਪਰਤ ਬਣ ਜਾਂਦੀ ਹੈ, ਇੱਕ ਤਹਿ ਸਤਹਿ ਹੋਰ ਬਣ ਜਾਂਦੀ। ਜਿਸ ਤਰ੍ਹਾਂ ਆਪਾਂ ਘਰਾਂ ਦੇ ਵਿੱਚ ਕਿਸੇ ਚੀਜ਼ ਨੂੰ ਬੜੇ ਦਿਨਾਂ ਬਾਅਦ ਸਾਫ਼ ਕਰੀਏ, ਇਦਾਂ ਉਂਗਲ ਲਾਈਏ ਤੇ ਉਂਗਲ ਦੇ ਨਾਲ ਡਸਟ ਆਉਂਦੀ ਹੈ, ਔਰ ਜਿੱਥੇ ਅਸੀਂ ਉਂਗਲ ਥੋੜੀ ਪ੍ਰੈਸ ਕਰਕੇ ਘੁਮਾਉਂਦੇ ਆ ਉਹ ਥੱਲਿਓਂ ਸਾਫ਼ ਹੋ ਜਾਂਦੀ, ਉਹ ਡਸਟ ਪੈਂਦੀ ਰਹਿੰਦੀ ਹੈ, ਥੋੜੀ 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 ਕਰਕੇ ਉਹ ਪਰਤ ਜੀ ਉੱਤੇ ਬਣ ਜਾਂਦੀ। ਔਰ ਇਸੇ ਤਰ੍ਹਾਂ ਜਿਹੜਾ ਮਨ ਹੈ, ਇਹਦੇ ਉੱਤੇ ਮੈਲ ਦੀਆਂ ਪਰਤਾਂ ਬਣਦੀਆਂ ਨੇ। ਜੇ ਇਹਨੂੰ ਸੰਗਤ ਵਿੱਚ ਲਿਆ ਕੇ ਧੋਈਏ ਨਾ, ਵਾਸ਼ਨਾ ਕਰੀਏ। ਇਹਨੂੰ ਹਜ਼ੂਰ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੁਆ। ਹੁਣ ਸੁਭਾਅ ਕੀ ਹੈ? ਮਨ ਕਾ ਸੁਭਾਅ ਮਨ ਹੈ ਵਿਆਪੀ। ਹਰੇਕ ਮਨੁੱਖ ਆਪਣੇ ਮਨ ਦਾ ਪ੍ਰੇਰਿਆ ਹੋਇਆ ਹੀ ਸਭ ਕੁਝ ਕਰਦਾ, ਸੁਭਾਅ ਮੁਤਾਬਕ ਕਰਦਾ। ਸੁਭਾਅ ਕੀ ਹੈ? ਜਦੋਂ ਅਸੀਂ ਕੋਈ ਵੀ ਕੰਮ ਕਰਨੇ ਆ, ਥੋੜਾ ਜਿਹਾ ਸੌਖੇ ਢੰਗ ਨਾਲ ਮੈਂ ਸਮਝਣ ਦੀ ਬੇਨਤੀ ਕਰਾਂ। ਤੁਸੀਂ ਵੇਖਿਆ ਹੋਣਾ ਕਈ ਵਾਰ ਬੰਦਾ ਮੈਚੋਰ ਹੋ ਜਾਂਦਾ ਤੇ ਅੰਗੂਠਾ ਫਿਰ ਵੀ ਮੂੰਹ 'ਚ ਪਾ ਲੈਂਦਾ। ਕੋਈ ਉਹਦਾ ਗੁੱਟ ਪਕੜ ਕੇ ਮੂੰਹ 'ਚੋਂ ਬਾਹਰ ਕੱਢ ਕੇ ਇਦਾਂ ਨਹੀਂ ਕਰੀਦਾ, ਤੇ 2 4 5 ਮਿੰਟ ਬਾਅਦ ਉਹਨੂੰ ਭੁੱਲ ਜਾਂਦਾ, ਉਹ ਅੰਗੂਠਾ ਫਿਰ ਮੂੰਹ 'ਚ ਪਾ ਲੈਂਦਾ। ਮੂੰਹ ਤੇ ਦਾੜੀ ਆਈ, ਅੰਗੂਠਾ ਮੂੰਹ 'ਚ ਪਾਇਆ। ਹੁਣ ਉਹ ਜਾਣ ਕੇ ਨਹੀਂ ਪਾਉਂਦਾ। ਜਿਹੜੀਆਂ ਹੈਬਿਟਸ ਨੇ, ਆਦਤਾਂ ਨੇ, ਉਹ ਪੱਕ ਜਾਂਦੀਆਂ। ਪੱਕੀਆਂ ਹੋਈਆਂ ਆਦਤਾਂ ਫਿਰ ਇਸ ਤਰ੍ਹਾਂ ਨਿਤਾ ਪ੍ਰਤੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਨੇ। ਔਰ ਫਿਰ ਹੌਲੀ ਹੌਲੀ ਜਦੋਂ ਉਹ ਪੱਕ ਜਾਏ, ਉਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਹੁਣ ਇਹਦੇ ਸੰਸਕਾਰ ਬਣ ਗਏ। ਹੁਣ ਇਹ ਛੁੱਟਣੀ ਨਹੀਂ, ਛੁੱਟ ਸਕਦੀ ਹੈ ਪਰ ਇਤਨੀ ਆਸਾਨ ਨਹੀਂ। ਉਹ ਜਿਹੜਾ ਇਸ ਤਰ੍ਹਾਂ ਸੰਸਕਾਰ ਬਣ ਜਾਂਦੇ ਨਾ, ਫਿਰ ਉਹਨਾਂ ਨੂੰ ਛੱਡਣਾ ਇਤਨਾ ਆਸਾਨ ਨਹੀਂ। ਫਿਰ ਮਨੁੱਖ ਦੀ ਸਮਾਜ ਨਾਲ ਬਣ ਆਵੇ ਨਾ ਬਣ ਆਵੇ, ਸੰਸਾਰ ਨਾਲ ਬਣੇ, ਪਰਿਵਾਰ ਨਾਲ ਬਣੇ ਨਾ ਬਣੇ। ਕਈ ਵਾਰ ਪਰਿਵਾਰ ਟੁੱਟ ਜਾਂਦੇ, ਨਿੱਕੀਆਂ ਨਿੱਕੀਆਂ ਆਦਤਾਂ ਤੋਂ ਪਰਿਵਾਰ ਟੁੱਟ ਜਾਂਦੇ। ਉਹ ਕਹਿੰਦੇ ਮੈਂ ਨਹੀਂ ਛੱਡ ਸਕਦਾ। ਗੱਲ ਡਰਿੰਕ ਦੀ ਨਹੀਂ ਮੈਂ ਕਰ ਰਿਹਾ, ਨਸ਼ੇ ਦੀ ਨਹੀਂ ਕਰ ਰਿਹਾ, ਹੋਰ ਕਈ ਆਦਤਾਂ ਛੋਟੀਆਂ ਛੋਟੀਆਂ ਜਿਹੜੀਆਂ ਬਜ਼ੁਰਗ ਗਲਤੀਆਂ ਨਹੀਂ ਹੁੰਦੀਆਂ, ਪਰ ਉਹ ਕਹਿੰਦੇ ਮੈਂ ਨਹੀਂ ਛੱਡ ਸਕਦਾ। ਕਹਿੰਦੇ ਤੂੰ ਰੌਂਗ ਹੈ, ਮੈਂ ਠੀਕ ਹਾਂ। ਹੁੰਦਾ ਰੌਂਗ ਹੈ, ਪਰ ਉਹ ਕਿਉਂਕਿ ਸੰਸਕਾਰ ਬਣ ਗਏ ਨੇ, ਹੁਣ ਨਹੀਂ ਛੱਡ ਸਕਦਾ। ਹੁਣ ਇਹ ਕਿਵੇਂ ਛੱਡ ਸਕਦਾ? ਕੋਈ ਨਹੀਂ ਛਡਾ ਸਕਦਾ। ਬਈ ਉਹ ਫਾਂਡਾ ਕਰੇਗਾ ਝਾੜੂ ਨਾਲ, ਤੇ ਉਹ ਖੁਦ ਹੀ ਆਪਣੇ ਮਨ ਨਾਲ ਘੁਲਣਾ ਪੈਂਦਾ, ਆਤਮ ਮੰਥਨ ਕਰਨਾ ਪੈਂਦਾ, ਬੈਠ ਕੇ ਸਵੈ ਪੜਚੋਲ ਕਰੇ, ਇਮਾਨਦਾਰੀ ਨਾਲ ਐਕਸੈਪਟ ਕਰਨਾ ਪੈਂਦਾ ਵੀ ਹਾਂ ਇੱਥੇ ਮੈਂ ਰੌਂਗ ਹਾਂ। ਖੁਦ ਹੀ ਤੁਸੀਂ ਖੁਦ ਨੂੰ ਸੁਧਾਰ ਸਕਦੇ ਹੋ, ਕੋਈ ਕਿਸੇ ਨੂੰ ਨਹੀਂ ਸੁਧਾਰ ਸਕਦਾ। ਮੈਂ ਵੀ ਅਰਜ਼ ਕਰਦਾ, ਜਿਸ ਤਰ੍ਹਾਂ ਸਾਡਾ ਮਨ ਸਾਨੂੰ ਪ੍ਰੇਰਦਾ ਨਾ ਸਾਧ ਸੰਗਤ, ਉਸ ਤਰ੍ਹਾਂ ਅਸੀਂ ਕਰਨੇ ਆ। ਮਨ ਕਾ ਸੁਭਾਅ ਮਨ ਹੈ ਵਿਆਪੀ, ਮਨਾਂ ਦੇ ਉੱਤੇ ਗਲਬਾ ਪਾਈ ਰੱਖਦਾ। ਤੇ ਅਸੀਂ ਕਹਿੰਦੇ ਆ ਮਨ ਮਾਰ ਕੇ ਕੰਮ ਹੁੰਦਾ ਹੈ। ਗੱਲ ਮਾੜੀ ਨਹੀਂ, ਪਰ ਇਹਦਾ ਸੰਤੁਲਨ ਕਿਵੇਂ ਬਣਾਉਣਾ? ਮਨ ਨੂੰ ਹੀ ਮਾਰ ਦਿੱਤਾ। ਘੋੜੇ ਤੇ ਬੈਠ ਕੇ ਕਿਤੇ ਜਾਣਾ ਹੈ, ਘੋੜੇ ਨੂੰ ਹੀ ਮਾਰ ਦਿੱਤਾ, ਕਾਹਦੇ ਤੇ ਬੈਠ ਕੇ ਜਾਏਗਾ? ਪਰ ਘੋੜੇ ਨੂੰ ਆਜ਼ਾਦ ਛੱਡ ਦਿੱਤਾ ਤਾਂ ਵੀ ਘੋੜਾ ਤੈਨੂੰ ਕਿੱਥੇ ਪਹੁੰਚਾਏਗਾ? ਇੱਕ ਰੱਥ ਹੈ, ਉਹਦੇ ਅੱਗੇ 5 ਘੋੜੇ ਜੁੱਪੇ, ਤੁਸੀਂ ਉਹਦੇ ਉੱਤੇ ਬੈਠੇ ਹੋ, ਉਹਨਾਂ ਦੇ ਵਿੱਚੋਂ ਕਿਸੇ ਦੇ ਵੀ ਮੂੰਹ 'ਚ ਕੜਿਆਲਾ ਨਹੀਂਗਾ, ਲਗਾਮ ਨਹੀਂ, ਤੇ ਤੁਸੀਂ ਉਹਨਾਂ ਨੂੰ ਛਾਂਟ ਮਾਰ ਬਵੋ ਤੇ ਰਿਜ਼ਲਟ ਕੀ ਨਿਕਲੇਗਾ? ਦੱਸਣ ਦੀ ਤੇ ਜ਼ਰੂਰਤ ਨਹੀਂ ਨਾ। ਇੱਕ ਰੱਥ ਹੈ, ਰੱਥ ਨੂੰ 5 ਘੋੜੇ ਜੁੱਪੇ ਨੇ। ਸਰੀਰ ਰੱਥ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਘੋੜੇ ਨੇ। ਇਹਨਾਂ 5 ਨੇ ਹੀ ਮੰਜ਼ਿਲ ਤੇ ਲਿਜਾਣਾ ਹੈ। ਜਿਨ੍ਹਾਂ ਨੂੰ ਕਹਿੰਦੇ ਇਹਨਾਂ ਨੂੰ ਮਾਰ ਦਿਓ, ਕਾਮ ਨੂੰ ਮਾਰ ਦਿਓ, ਕ੍ਰੋਧ ਨੂੰ ਮਾਰ ਦਿਓ, ਇਹਨਾਂ ਨੂੰ ਮਾਰ ਦਿੱਤਾ ਤੇ ਤੁਹਾਡਾ ਰੱਥ ਕੌਣ ਖਿੱਚੇਗਾ? ਆ ਜਿਹੜਾ ਸਵੇਰ ਤੋਂ ਸ਼ਾਮ ਤੱਕ ਲੋਭ ਕਰਨੇ ਆ,
ਇਹ ਸਾਨੂੰ ਸਾਰਾ ਦਿਨ ਭਜਾਈ ਫਿਰਦਾ ਹੈ। ਜੇ ਇਹ ਨਾ ਹੋਵੇ ਤੇ ਕਿੱਥੋਂ ਭੱਜੇਗਾ। 10 ਵਜੇ ਫੋਨ ਆ ਜਾਏ, ਸਰਦਾਰ ਜੀ ਆ ਜਾਓ, ਬੜੀ ਲੇਟ ਹੋ ਗਏ। ਉਹ ਤੇ ਕਹਿੰਦਾ ਵੀ ਮੌਲ ਵਿੱਚ ਗਾਹਕ ਆ ਗਏ ਨੇ, 5-7 ਨਿਬੇੜ ਕੇ ਹੀ ਆਵਾਂਗਾ। ਉਹ ਨਹੀਂ ਅੱਧਾ ਘੰਟਾ ਪ੍ਰਸ਼ਾਦਾ ਲੇਟ ਛਕ ਲਾਂਗਾ। ਉਹ ਕੌਣ ਕਰਾਉਂਦਾ ਹੈ? ਕਥਾ ਵਿੱਚ ਤੇ 5 ਮਿੰਟ ਉੱਤੇ ਹੋ ਜਾਂਦੇ ਇਤਰਾਜ਼ ਹੋ ਜਾਂਦਾ ਹੈ, ਉੱਥੇ ਤੇ 2 ਘੰਟਿਆਂ ਦਾ ਵੀ ਇਤਰਾਜ਼ ਨਹੀਂ। ਉਹ ਕੌਣ ਨਹੀਂ ਇਤਰਾਜ਼ ਕਰਨ ਦਿੰਦਾ? ਉਹ ਲੋਭ ਨਹੀਂ ਕਰਨ ਦਿੰਦਾ, ਉਹ ਲੋਭ ਭਜਾਈ ਫਿਰਦਾ। ਲਿਹਾਜ਼ਾ ਇਹਨਾਂ ਨੂੰ ਮਾਰਨਾ ਨਹੀਂ, ਇਹਨਾਂ ਨੂੰ ਕਾਬੂ ਵਿੱਚ ਕਰਨਾ, ਸੰਤੁਲਨ ਬਣਾਉਣਾ, ਬੈਲੈਂਸ ਬਣਾਉਣਾ। ਘੜਿਆਲੇ ਪਾ ਲੈਣੇ ਨੇ, ਜਿੱਥੇ ਦਿਲ ਕਰਦਾ ਇਹਨਾਂ ਨੂੰ ਰੋਕ ਲੈਣਾ, ਜਿੱਥੇ ਦਿਲ ਕਰਦਾ ਤੋੜ ਲੈਣਾ, ਭਜਾ ਲੈਣਾ, ਮੋੜ ਲੈਣਾ, ਘੋੜ ਲੈਣਾ। ਮਾਰਨੇ ਵੀ ਨਹੀਂ ਤੇ ਬਹੁਤ ਜ਼ਿਆਦਾ ਮਛਰਾਣੇ ਵੀ ਨਹੀਂ। ਸੰਤੁਲਨ ਬਣਾ ਕੇ ਰੱਖਣਾ, ਬੈਲੈਂਸ ਬਣਾ ਕੇ ਰੱਖਣਾ, ਫਿਰ ਇਹ ਮੰਜ਼ਿਲ ਤੇ ਲੈ ਜਾਣਗੇ। ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ, ਜੋ ਗੋਡੋ ਤਿਉ ਤੁਮ ਸੁਖ ਪਾਵੋ, ਕਿਰਤ ਨਾ ਮੇਟਿਆ ਜਾਏ। ਕਾਮ ਤੇ ਕ੍ਰੋਧ ਦੀਆਂ ਕਈਆਂ ਬਣਾ ਲਓ, ਬਸੋਲੇ ਬਣਾ ਲਓ। ਤੇ ਜਿਵੇਂ ਨਰਮੇ ਦੇ ਵਿੱਚ ਵਿੱਚ ਫਿਰ ਕੇ ਉਹਨੂੰ ਗੋਡੀਦਾ ਹੈ, ਨਰਮੇ ਦਾ ਬੂਟਾ ਬਚਾਈਦਾ ਹੈ, ਤੇ ਘਾਹ ਨੂੰ ਕਸੋਲੇ ਨਾਲ ਥੱਲਿਓਂ ਖੱਗ ਦਈਦਾ, ਬੂਟੀ ਨੂੰ ਖੱਗ ਦਈਦਾ। ਇਸ ਤਰ੍ਹਾਂ ਭਾਈ ਇਹਦੇ ਵਿੱਚੋਂ ਸ਼ੁਭ ਗੁਣਾਂ ਨੂੰ ਬਚਾ ਤੇ ਔਗਣਾਂ ਨੂੰ ਕਸੋਲਿਆਂ ਨਾਲ ਗੋਡੀ ਕਰਦਾ ਜਾ, ਤੇਰੀ ਫਸਲ ਫਲੀਭੂਤ ਹੋ ਜਾਏਗੀ। ਮਨ ਕਾ ਸੁਭਾਉ ਮਨੈ ਵਿਆਪੀ, ਮਨੈ ਮਾਰ ਕਵਨ ਸਿੱਧ ਥਾਪੀ। ਮਨ ਨੂੰ ਮਾਰ ਕੇ ਤੂੰ ਕਿਹੜੀ ਕਾਮਯਾਬੀ ਹਾਸਲ ਕਰੇ? ਮਨ ਨੂੰ ਹੀ ਮਾਰ ਦਿੱਤਾ ਤੇ ਬਚਿਆ ਕੀ? ਜੇ ਤੂੰ ਘੋੜਿਆਂ ਨੂੰ ਖੁੱਲਾ ਛੱਡਤਾ, ਉਹਨਾਂ ਤੇਰਾ ਰੱਥ ਖਤਾਨ ਚ ਡੇਗ ਦਿੱਤਾ, ਅਗਲੇ ਦਿਨ ਤੂੰ ਡੰਡਾ ਲੈ ਕੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰਦੇ, ਤੁਸੀਂ ਮੈਨੂੰ ਖਤਾਨ ਚ ਡੇਗਿਆ, ਤੇ ਫਿਰ ਤੇਰਾ ਰੱਥ ਕੌਣ ਖਿੱਚੇਗਾ? ਭਾਈ ਇਹਨਾਂ ਨੂੰ ਮਾਰ ਵੀ ਨਾ ਤੇ ਇਹਨਾਂ ਨੂੰ ਚੰਬਲਾ ਵੀ ਨਾ, ਇਹਨਾਂ ਦੇ ਮੂੰਹ ਦੇ ਵਿੱਚ ਲਗਾਮਾਂ ਦੇ, ਤੇ 5 ਲਗਾਮਾਂ ਦਾ ਗੁੱਛਾ ਇੱਕ ਥਾਂ ਇਕੱਠਾ ਕਰ ਲੈ ਤੇ ਉੱਤੇ ਚੜ੍ਹ ਕੇ ਖਲੋ ਜਾ ਸ਼ਾਨ ਨਾਲ, ਤੇ ਬੜੀ ਸ਼ਾਨ ਨਾਲ ਯਾਤਰਾ ਕਰ, ਜਿੱਧਰ ਦਿਲ ਕਰੇ ਉਧਰ ਜਾ। ਹੁਣ ਤੇਰੇ ਗੁਲਾਮ ਹੋ ਗਏ ਨੇ, ਉਹਨਾਂ ਦੀ ਜੀਭ ਲੋਹੇ ਦੇ ਸ਼ਿਕੰਜੇ ਵਿੱਚ ਫਸ ਗਈ ਹੈ, ਹੁਣ ਤੇਰੇ ਹੁਕਮ ਨੂੰ ਉਹ ਟਾਲ ਨਹੀਂ ਸਕਦੇ। ਇਹ ਤਾਂ ਇਹਨਾਂ ਨੂੰ ਕਾਬੂ ਵਿੱਚ ਰੱਖ, ਇਹਨਾਂ ਤੋਂ ਆਨੰਦ ਵੀ ਲੈ, ਇਹ ਵੀ ਮਦਦ ਕਰਦੇ। ਇਹ ਸਾਡੇ ਆਨੰਦ ਵਾਸਤੇ ਬਣਾਏ ਨੇ। ਹੁਣ ਮੋਹ ਹੈ, ਬੇਟੀ ਹੈ, ਬੇਟਾ ਹੈ, ਜਿਨ੍ਹਾਂ ਦੀਆਂ ਬੇਟੀਆਂ ਨੇ, ਬੇਟੇ ਨੇ, ਕਦੀ ਆਤਮ ਮੰਥਨ ਕਰਿਆ ਜੀ, ਸਵੈ ਪਰਚੋਲ ਕਰਿਆ ਜੀ, ਆਨੰਦ ਨਹੀਂ ਆਉਂਦਾ ਵੇਖ ਵੇਖ ਕੇ। ਕਾਮਯਾਬੀ ਬੱਚੀ ਨੂੰ ਮਿਲੇ ਨਾ ਜਾਂ ਬੱਚੇ ਨੂੰ ਮਿਲੇ। ਪਰਸੋਂ ਰਾਤ ਇੱਕ ਮੈਂ ਪ੍ਰੈਕਟੀਕਲ ਹੱਡ ਬੀਤੀ ਤੁਹਾਨੂੰ ਦੱਸਣਾ। ਪਰਸੋਂ ਰਾਤ 11 ਵਜੇ ਬੇਟੀ ਦਾ ਕੈਨੇਡਾ ਤੋਂ ਸਟੱਡੀ ਬੇਸ ਤੇ ਗਈ ਸੀ, ਫੋਨ ਆਇਆ ਤੇ ਬੱਚੇ ਬੱਚੀਆਂ ਭਾਵੇਂ ਸਮਝਣ ਵੀ ਸਾਡੇ ਮਾਂ ਪਿਓ ਨੂੰ ਨਹੀਂ ਪਤਾ, ਮਾਂ ਪਿਓ ਦੀ ਬਾਤ ਸੁਣ ਕੇ ਹਿਸਾਬ ਲਾ ਲੈਂਦਾ। ਜਦੋਂ ਉਹਨੇ, ਆਮ ਸਾਡੀ ਪਰੰਪਰਾ ਵੀ ਬੁਲਾਣੀ ਤੇ ਫਤਿਹ ਹੀ ਚਾਹੀਦੀ ਹੈ, ਪਰ ਉਹ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੀ ਨਹੀਂ, ਸਤਿ ਸ੍ਰੀ ਅਕਾਲ ਹੀ ਆਖਿਆ, ਉਹ ਵੀ ਉਚਾਰ ਨਹੀਂ ਸਾਡਾ ਕਿੰਨਾ ਕੁ ਦਾ ਸ਼ੁੱਧ ਹੁੰਦਾ। ਤੇ ਜਦੋਂ ਉਹਨੇ ਇਸ ਤਰ੍ਹਾਂ ਹੈਲੋ ਹਾਈ ਕੀਤੀ, ਮੈਨੂੰ ਉਦੋਂ ਹੀ ਪਤਾ ਲੱਗ ਗਿਆ। ਗੈਸਟ ਤੇ ਮੈਂ ਉਦੋਂ ਹੀ ਲਾ ਲਿਆ ਸੀ। ਮੈਂ ਕਿਹਾ ਮੇਰਾ ਪੁੱਤਰ ਅੱਜ ਬੜਾ ਖੁਸ਼ ਹੈ, ਕੀ ਗੱਲ ਹੈ? ਡੈਡੀ ਮੇਰੀ PR ਆ ਗਈ। ਹੁਣ ਉਹ ਜਿਹੜੀ PR ਆ ਗਈ ਹੈ, ਉਹ ਦਾਦੀ ਜਾਗਦੀ ਹੈ। ਮੈਂ ਕਿਹਾ ਦਾਦੀ ਤੇਰੀ ਤੇ ਮੈਨੂੰ ਪਤਾ ਨਹੀਂ ਸੁੱਤੀ, ਬੇਟਾ ਉਹਨੂੰ ਮੈਂ ਸਵੇਰੇ ਦੱਸਾਂ। ਅੱਛਾ ਡੈਡੀ ਉਹਨੂੰ ਸਵੇਰੇ ਦੱਸ ਦੇ। ਉਹ 12 ਵਜੇ ਖੜਾਕ ਹੋਇਆ ਤੇ ਮੈਂ ਸੋਚਿਆ ਵੀ ਮਾਤਾ ਜਾਗ ਗਈ ਹੈ, ਦੱਸ ਦਿਆਂ, ਤੇ ਮੈਂ ਦੱਸਿਆ। ਤੁਸੀਂ ਯਕੀਨ ਕਰੋ, ਉਹ ਖੁਸ਼ੀ ਨਾਲ ਹੀ ਨਹੀਂ ਸੁੱਤੀ ਸਾਰੀ ਰਾਤ। ਮੈਂ ਕੇਅਰ ਕਰਦਾ ਰਿਹਾ, ਕਦੀ ਇੱਧਰ ਜਾ, ਕਦੀ ਇੱਧਰ ਜਾ। ਬੱਚੇ ਖੁਸ਼ ਹੋਣ ਤੇ ਮਾਂ ਪਿਓ ਨੂੰ ਵੀ ਖੁਸ਼ੀ ਮਿਲਦੀ ਹੈ। ਹੁਣ ਇਹ ਕਿੰਨੇ ਖੁਸ਼ੀ ਦਿੱਤੀ ਪਿਆਰਿਓ? ਮੋਹ ਨੇ ਦਿੱਤੀ ਨਾ। ਇਹਨੂੰ ਸੁਰਜ ਕਰਨਾ ਹੈ, ਇਹਨੂੰ ਮਾਰਨਾ ਨਹੀਂ। ਮੈਂ ਬੱਚੇ ਪੈਦਾ ਹੀ ਨਹੀਂ ਕਰਨੇ, ਜੰਗਲਾਂ ਟੁਰ ਜਾਣ। ਇਹ ਸੰਸਾਰ ਕਿਵੇਂ ਚੱਲੇਗਾ ਭਾਈ? ਇਸ ਸੰਸਾਰ ਦੀ ਉਤਪਤੀ ਗ੍ਰਸਥ ਵਿੱਚੋਂ ਹੋਣੀ ਹੈ। ਗ੍ਰਸਥੀ ਮਾੜਾ ਨਹੀਂ ਹੁੰਦਾ, ਹੀਨਤਾ ਭਾਵਨਾ ਲਿਆਇਆ ਕਰੋ। ਗ੍ਰਸਥੀ ਤੋਂ ਉੱਪਰ ਕੋਈ ਹੋ ਹੀ ਨਹੀਂ ਸਕਦਾ। ਕੋਈ ਸੰਨਿਆਸੀ, ਕੋਈ ਜੋਗੀ, ਕੋਈ ਸਾਧੂ, ਕੋਈ ਸੰਤ ਗ੍ਰਸਥੀ ਤੋਂ ਉੱਪਰ ਨਹੀਂ ਹੋ ਸਕਦਾ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ। ਭਾਈ ਗੁਰਦਾਸ, ਇਹ ਸਾਡੇ ਘਰ ਦੇ ਸਿਧਾਂਤ, ਸਾਡੇ ਘਰ ਦੀ ਬਸ। ਕੋਈ ਕੁਛ ਕਹੀ ਹੈ, ਅਸੀਂ ਉਹਨਾਂ ਤੋਂ ਕੀ ਲੈਣਾ? ਸਾਡੇ ਘਰ ਗ੍ਰਸਥ ਪ੍ਰਧਾਨ। ਇਹਨਾਂ ਨੂੰ, ਮੋਹ ਨੂੰ ਜੇ ਮਾਰ ਦਿੱਤਾ ਤੇ ਕਿਹਨੂੰ ਵੇਖ ਵੇਖ ਕੇ ਖੁਸ਼ ਹੋਵੇਗਾ?
ਖੜਾਕ ਹੋ ਕੇ ਕੋਈ ਡਿਸਟਰਬ ਹੋ ਜਾਏ ਨਾ ਤੇ ਅਗਲਾ ਇੰਨਾ ਗੁੱਸਾ ਕਰਦਾ, ਤੂੰ ਮੈਨੂੰ ਜਗਾ ਦਿੱਤਾ, ਐਡੀ ਵਧੀਆ ਨੀਂਦ ਆਈ ਸੀ। ਤੇ ਮੋਹ ਦੇ ਵਾਸਤੇ ਬੰਦਾ ਸਾਰੀ ਰਾਤ 90 ਸਾਲ ਦੀ ਉਮਰ 'ਚ ਉੱਠ ਕੇ ਜਾਗਦਾ ਰਹੇ, ਇਹ ਕਿੰਨਾ ਲੁਤਫ ਦਿੰਦਾ ਅੰਦਰੋਂ। ਇਹਨਾਂ ਨੂੰ ਸੁਰ ਵਿੱਚ ਕਰਨਾ, ਕਾਮ ਨੂੰ ਮਾਰਨਾ ਨਹੀਂ, ਇਹ ਉਤਪਤੀ ਦਾ ਸਾਧਨ, ਇਹਨੂੰ ਸੁਰ ਵਿੱਚ ਕਰਨਾ। ਕ੍ਰੋਧ, ਜੇ ਕ੍ਰੋਧ ਨੂੰ ਖਤਮ ਕਰ ਦਿਆਂਗੇ, ਕੋਈ ਤੁਹਾਡੀ ਅਣਖ ਨੂੰ ਮੰਗਾ ਰਿਹਾ, ਤੁਸੀਂ ਕਿਵੇਂ ਉੱਥੇ ਤਲਵਾਰ ਲੈ ਕੇ ਖੜੇ ਹੋਵੋਗੇ? ਕ੍ਰੋਧ ਨੂੰ ਵੀਰ ਰਸ ਵਿੱਚ ਰੂਪਾਂਤਰਿਤ ਕਰਨਾ। ਇਸੇ ਤਰ੍ਹਾਂ ਬਾਕੀ ਵਿਕਾਰ ਨੇ। ਖੈਰ, ਮਨ ਕਾ ਸੁਭਾਉ ਮਨੈ ਵਿਆਪੀ, ਮਨੈ ਮਾਰ ਕਵਨ ਸਿੱਧ ਥਾਪੀ। ਜੇ ਇਹਨੂੰ ਮਾਰ ਹੀ ਦਿੱਤਾ ਤੇ ਸਫਲਤਾ ਤੈਨੂੰ ਕੀ ਮਿਲੀ? ਘੋੜੇ ਹੀ ਮਾਰ ਦਿੱਤੇ ਤੇ ਰੱਥ ਨੂੰ ਖਿੱਚੇਗਾ ਕੌਣ? ਭਾਈ ਇਹਨਾਂ ਨੂੰ ਮਾਰਨਾ ਨਹੀਂ, ਇਹਨਾਂ ਦਾ ਸੰਤੁਲਨ ਬਣਾਉਣਾ, ਇਹਨਾਂ ਨੂੰ ਸੁਰਜ ਕਰਨਾ। 52 ਅੱਖਰੀ ਵਿੱਚ ਇੱਕ ਸ਼ਬਦ ਮਨ ਦੇ ਸੰਬੰਧ 'ਚ ਭਗਤ ਕਬੀਰ ਸਾਹਿਬ ਦਾ ਮੈਨੂੰ ਬੜਾ ਪ੍ਰੀਤਕਾਰ ਲੱਗਦਾ ਹੈ, ਕਿਉਂਕਿ ਉੱਥੇ ਨਾ ਸਾਧ ਸੰਗਤ 52 ਅੱਖਰੀ ਦਾ ਮਤਲਬ ਹੈ ਵੀ 52 ਅੱਖਰਾਂ ਤੋਂ ਉਪਦੇਸ਼, ਜਿਵੇਂ ਊੜੇ ਤੋਂ ਉਪਦੇਸ਼, ਐੜੇ ਤੋਂ ਉਪਦੇਸ਼, ਈੜੀ ਤੋਂ ਉਪਦੇਸ਼, ਸੱਸੇ ਤੋਂ ਉਪਦੇਸ਼, ਆਹੇ ਤੋਂ ਉਪਦੇਸ਼, ਕੱਕਾ ਖੱਕਾ ਗੱਗਾ ਘੱਗਾ ਨੰਨਾ ਤੋਂ ਉਪਦੇਸ਼। ਇਸ ਤਰ੍ਹਾਂ ਉਹ ਕਹਿੰਦੇ ਨੇ ਮੰਮਾ ਮਨ ਸਿਓ ਕਾਜ ਹੈ। ਸਾਧ ਸੰਗਤ ਬੜੇ ਬਰੀਫ ਜਿਹੇ ਸੰਖੇਪ ਦੇ ਬਚਨ ਨੇ, ਪਰ ਆਪਣੀ ਬੁੱਕਲ 'ਚ ਬੜਾ ਸੋਹਣੀਆਂ ਗੱਲਾਂ ਲੁਕਾ ਕੇ ਦੇਖੇ। ਮੰਮੇ ਅੱਖਰ ਤੋਂ ਉਪਦੇਸ਼ ਹੈ। ਹਜ਼ੂਰ ਕਹਿੰਦੇ ਅਸਲ ਸਾਡਾ ਵਾਸਤਾ, ਅਸਲ ਸਾਡਾ ਕੰਮ ਮਨ ਨਾਲ, ਤਨ ਨਾਲ ਉਹਨਾਂ ਨਹੀਂ ਜਿੰਨਾ ਮਨ ਨਾਲ ਹੈ। ਜੀ ਕਿਸ ਤਰ੍ਹਾਂ? ਤਾਂ ਹਜ਼ੂਰ ਕਹਿੰਦੇ ਨੇ ਮੰਮਾ ਮਨ ਸਿਓ ਕਾਜ ਹੈ। ਮਨ ਨਾਲ ਹੀ ਸਾਡਾ ਅਸਲ ਕੰਮ ਹੈ। ਕੀ ਕੰਮ ਹੈ? ਫਿਰ ਅੱਗੇ ਕੀ ਕਹਿੰਦੇ ਨੇ? ਮਨ ਮਾਰੇ ਸੁਖ ਹੋਏ, ਨਹੀਂ, ਮਨ ਸਾਧੇ ਸੁਖ ਹੋਏ। ਮਨ ਨੂੰ ਸਾਧਨਾ। ਫਲਾਣਾ ਬੰਦਾ ਤੇ ਸਾਧ ਹੈ। ਕੀ ਸਾਧ ਹੈ ਜੀ? ਲੰਮਾ ਝੱਗਾ ਪਾਉਂਦਾ ਤਾਂ ਸਾਧ ਹੈ? ਨਹੀਂ, ਜੇਲ ਆਪਣੇ ਆਪ ਨੂੰ ਸਾਧ ਲੈ, ਆਪਣੇ ਇੰਦਰੀਆਂ ਨੂੰ ਸਾਧ ਲੈ। ਕੰਨ ਸਾਧ ਲੈ, ਅੱਖਾਂ ਸਾਧ ਲਈਆਂ, ਹੱਥ ਸਾਧ ਲੈ, ਪੈਰ ਸਾਧ ਲੈ, ਮਨ ਸਾਧ ਲਿਆ, ਯਾਨੀ ਕਿ ਨਿਯੰਤਰਣ ਵਿੱਚ ਲੈ ਲਿਆ, ਉਹ ਸਾਧ ਹੈ। ਤੇ ਜੇ ਇਹ ਗਿਆਨ ਇੰਦਰੇ ਕਾਬੂ ਵਿੱਚ ਨਹੀਂ ਤੇ ਫਿਰ ਕਾਹਦਾ ਸਾਧ ਹੈ? ਇਹ ਵੀ ਗੱਲ ਨਾਲ ਹੈ ਨਾ। ਫਿਰ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੈਂ ਲੀ। ਹੁਣ ਕੋਈ ਪੁਲਿਸ ਅਫਸਰ ਖੜਾ ਹੋਵੇ ਤੇ ਉਹਦਾ ਡਰ ਹੁੰਦਾ ਹੈ, ਉਹਦਾ ਲੋਕੀ ਸਤਿਕਾਰ ਕਰਦੇ ਨੇ। ਪਰ ਪਿਆਰਿਓ, ਕੋਈ ਐਵੇਂ ਵਰਦੀ ਪਾ ਕੇ ਨਕਲੀ ਅਫਸਰ ਬਣ ਕੇ ਖੜਾ ਹੋਵੇ ਤੇ ਕਈ ਵਾਰ ਜੇਲ੍ਹ ਵੀ ਹੋ ਜਾਂਦੀ ਹੈ। ਫਰਕ ਹੈ ਨਾ ਵਰਦੀ ਪਾਉਣ ਵਿੱਚ ਵੀ। ਇੱਕ ਨੂੰ ਹਕੂਮਤ ਨੇ ਪਵਾਈ ਹੈ, ਉਹਦੀ ਕਾਬਲੀਅਤ ਹੈ, ਉਹਦੀ ਟ੍ਰੇਨਿੰਗ ਦਿੱਤੀ ਗਈ ਹੈ। ਇੱਕ ਜਿਹੜਾ ਉਂਝੀ ਪਾ ਕੇ ਬਹਿ ਗਿਆ, ਲੋਕਾਂ ਨੂੰ ਧੋਖੇ ਦਿੰਦਾ ਫਿਰਦਾ, ਉਹਦੀ ਤਾਂ ਪਨਿਸ਼ਮੈਂਟ ਹੈ ਨਾ। ਇਸੇ ਤਰ੍ਹਾਂ ਇਸ ਫੀਲਡ ਵਿੱਚ ਹੈ। ਫਿਰ ਜੇ ਸਾਧਿਆ ਹੀ ਨਹੀਂ, ਫਿਰ ਕੰਮ ਖਰਾਬ ਹੋ ਜਾਏਗਾ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਫਿਰ ਕਹਿੰਦੇ ਨੇ ਇਹ ਮਨ ਸ਼ਕਤੀ। ਹੁਣ ਇੱਥੇ ਸ਼ਕਤੀ ਦੇ ਅਰਥ ਕੀ ਨੇ? ਇਹ ਕਥਾ ਹੀ ਖੋਲੇਗੀ ਨਾ। ਸੱਸਾ ਕੱਕਾ ਤੱਤੇ ਬਿਹਾਰੀ, ਸੱਸੇ ਪੈਰ ਬਿੰਦੀ ਲਾ ਕੇ ਸ਼ਕਤੀ ਪੜਨਾ। ਸ਼ਕਤੀ ਤਾਕਤ ਨੂੰ ਕਹਿੰਦੇ ਨੇ। ਤੇ ਤਾਕਤ ਕਾਹਦੇ 'ਚ? ਰੱਬ ਨੂੰ ਛੱਡ ਕੇ ਤਾਕਤ ਮਾਇਆ 'ਚ। ਕਿਹੜਾ ਕੰਮ ਹੈ ਜਿਹੜਾ ਮਾਇਆ ਨਾਲ ਨਹੀਂ ਹੁੰਦਾ ਜੀ? ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਬਾਦਸ਼ਾਹ ਮਿਲਿਆ ਨਾ, ਬਹਾਦਰ ਸ਼ਾਹ, ਉਹਨੇ ਖਿਲਤ ਪੇਸ਼ ਕੀਤੀ, ਨਜ਼ਰਾਨੇ ਰੱਖੇ, ਕਿਉਂਕਿ ਮਹਾਰਾਜ ਨੇ ਮਦਦ ਕੀਤੀ ਸੀ ਇਹਨੂੰ ਤਖਤ ਦਿਵਾਉਣ ਵਿੱਚ, ਤੇ ਬੜਾ ਸਤਿਕਾਰ ਕੀਤਾ। ਤੇ ਜਿਹੜੇ ਕਾਜੀ ਸਨ, ਮਹਾਰਾਜ ਦੀ ਉਮਰ ਤੇ ਐਸਟੀਮੇਟਡ 41 ਸੀ ਉਦੋਂ। 42 'ਚ ਤੇ ਮਹਾਰਾਜ ਜੋਤੀ ਜੋਤ ਸਮਾ ਗਏ। 42 ਈਅਰ ਜਦੋਂ ਮਹਾਰਾਜ ਦੀ ਏਜ ਹੋਈ ਤੇ ਜੋਤੀ ਜੋਤ ਸਮਾ ਗਏ। ਤੇ ਜਦੋਂ ਉਧਰ ਗਏ ਤੇ ਮੇਰਾ ਅੰਦਾਜ਼ਾ ਹੈ ਵੀ ਜਿਹੜਾ ਚਮਕੌਰ ਸਾਹਿਬ ਦਾ ਯੁੱਧ ਹੈ, ਅਨੰਦਪੁਰ ਸਾਹਿਬ ਛੱਡਣਾ ਹੈ, तो ज्योति जोत समान तो कोई साल 8 महीने पहला की घटना है। तो 41 प्लस होंगे। हुण बुढ़े बुढ़े काजी बैठे, महाराज का सत्कार वेख के उन्होंने मन की ईर्खा पैदा हो गई भी ये गुरु गोबिंद सिंह का इन्ना सत्कार करता, साडा ते सत्कार नहीं करना। हुण इन्हां दे उत्ते ना बड़ा भूत सवार हुंदा है करामात दा। ये हौली जी बहादुर शाह के कंन च कहन लगे जी बड़े पहुंचे हुए गुरु लगते ने। वो कह लगे हाँ बड़े पहुंचे हुए। आख लगे जी इन्हों कहो करामात। हुण गल्लां च आ गया, आख लगा गुरदेव कोई करामात दिखाइए। हजूर कह लगे दिखानी की है करामात? तू करामात है, तू भी तो करामात है ना। शक्ति, मैं शक्ति की गल कर रहा, ताकत।
आखन लगा जी मैं करामात कैसे हुआ। महाराज कह लगे भी तू किसी हुक्म करे फांसी लगा दे, ला नहीं देंगे, कहते लगा देते हैं। महाराज कह लगे तू किसी लगे उन्होंने कहते छड्ड दो, कहते जी छोड़ देते हैं। ਹੁਣ ਜੇ ਇੱਕ ਗੱਲ ਸਮਝਣਾ ਬਈ ਜਦੋਂ ਜਲਾਲੇ ਬਾਦਸ਼ਾਹੀ ਦਾ ਵਕਤ ਹੁੰਦਾ ਨਾ, ਡਿਕਟੇਟਰਸ਼ਿਪ ਹੁੰਦੀ ਹੈ, ਡੈਮੋਕ੍ਰੇਸੀ ਨਹੀਂ ਹੁੰਦੀ, ਉਦੋਂ ਸੁਪਰੀਮ ਕੋਰਟ ਚੱਕਰਵਰਤੀ ਸਮਰਾਟ ਨਹੀਂ। ਉਦੋਂ ਕਿਤੇ ਹੁਣ ਗੁਰੂ ਅਰਜਨ ਸਾਹਿਬ ਸ਼ਹੀਦ ਹੋਏ, ਸਾਧ ਸੰਗਤ ਕਿਤੇ ਵੀ ਕੋਈ FIR ਲਾਂਚ ਨਹੀਂ, ਕੋਈ ਟ੍ਰਾਇਲ ਨਹੀਂ ਚੱਲਿਆ। ਕਿਉਂ? ਕਿਉਂਕਿ ਜਿਹਦੇ ਕੋਲ ਜਾ ਕੇ ਕੇਸ ਕਰਨਾ ਉਹ ਖੁਦ ਤੇ ਕਤਲ ਕਰਵਾ ਰਿਹਾ ਹੈ, ਕਿਹਦੇ ਕੋਲ ਕੇਸ ਕਰੋਗੇ? तो सुप्रीम पावर, सुप्रीम कोर्ट वो डिक्टेटरशिप ही ਹੁੰਦਾ ਸੀ, डिक्टेटर व्यक्ति ਹੁੰਦਾ ਕਿਵਾਂ ਕਰ। महाराज कहने लगे तू करामात है, तू जो करना चाहे कर सकना है। क्या लगा नहीं पीर ऐसे। महाराज ने खीसे चो मोहर कटी, आखन लगे ए करामात। कहने लगा जी ये करामात कैसे हुई? हजूर कहने लगे भी जेड़ा काम नाम ही हुंदा होवे ना ਇਹਦੇ ਨਾਲ ਉਹ ਵੀ ਹੋ ਜਾਵੇ। ਸਾਨੂੰ ਗ੍ਰਸਤੀਆਂ ਨੂੰ, ਸੰਸਾਰੀਆਂ ਨੂੰ, ਖਾਸ ਕਰਕੇ ਲੁਧਿਆਣੇ ਸ਼ਹਿਰ ਵਿੱਚ ਬੈਠੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਨਾ। ਤੁਸੀਂ ਮੈਨੂੰ ਇੱਕ ਦਫ਼ਤਰ ਵਿਖਾ ਦਿਓ ਜਿੱਥੇ ਬਿਨਾਂ ਤੁਹਾਡਾ ਕੋਈ ਪ੍ਰੈਸ਼ਰ ਪੈ ਜਾਏ ਲੀਡਰ ਦਾ, ਵੱਖਰੀ ਗੱਲ ਹੈ, ਨਹੀਂ ਤੇ ਜਿੱਥੇ ਬਿਨਾਂ ਪੈਸੇ ਦਿੱਤੇ ਤੁਹਾਡਾ ਕੰਮ ਹੁੰਦਾ। ਮੈਨੂੰ ਇੱਕ ਦਫ਼ਤਰ ਦਿਖਾ ਦਿਓ, ਤੁਹਾਨੂੰ ਇੱਕ ਵੀ ਨਹੀਂ ਮਿਲੇਗਾ, ਨਹੀਂ ਮਿਲੇਗਾ। ਇਹ ਨਹੀਂ ਕਹਿੰਦੇ ਵੀ ਪੈਸੇ ਦਿਓ, ਪੈਸੇ ਮੰਗਣ ਦਾ ਤਰੀਕਾ ਹੈ ਵੀ ਡਿਲੇ ਕਰੀ ਜਾਣਾ, ਖੱਜਲ ਕਰੀ ਜਾਣਾ। ਤੇ ਮੈਂ ਕਹਿੰਦਾ ਹੁੰਦਾ ਡਿਲੇ ਬਰੀਡ ਕਰਪਸ਼ਨ, ਡਿਲੇ ਬਰੀਡ ਕਰਪਸ਼ਨ। ਕਿਸੇ ਕੰਮ ਨੂੰ ਡਿਲੇ ਕਰਨ ਦਾ ਮਤਲਬ ਹੀ ਇਹ ਹੁੰਦਾ ਹੈ ਵੀ ਉਹਨੂੰ ਪਰੇਸ਼ਾਨ ਕਰਨਾ, ਵੀ ਇਹ ਐਦਾਂ ਹੁੰਦਾ। ਇਹਦੇ ਨਾਲ ਸਾਰੇ ਕੰਮ ਹੁੰਦੇ ਨੇ। ਫਿਰ ਕੋਈ ਡਾਕੂਮੈਂਟ ਨਹੀਂ ਦੇਖਿਆ ਜਾਂਦਾ, ਫਿਰ ਕੋਈ ਆ ਫਲਾਣਾ ਕਾਗਜ਼ ਨਹੀਂ, ਆ ਫਲਾਣਾ ਜੀ ਇਹਦਾ ਇੰਨਾ, ਫਿਰ ਕੁਛ ਨਹੀਂ। 2 ਮਿੰਟ ਲੱਗਦੇ। ਤੁਸੀਂ ਬੈਠੋ, ਸਰਦਾਰ ਜੀ ਨੂੰ ਪਾਣੀ ਲਿਆ ਕੇ ਪਿਆਓ ਜੀ, ਚਾਹ ਲਿਆਓ ਸਰਦਾਰ ਜੀ ਲਈ, 2 ਮਿੰਟ 'ਚ ਕੰਮ ਹੋ ਕੇ ਤੁਹਾਡੇ ਹੱਥ ਤੱਕ। ਹਜ਼ੂਰ ਕਹਿਣ ਲੱਗੇ ਕਰਾਮਾਤ ਹੈ ਭਾਈ, ਇਹਦੇ ਨਾਲ ਸਭ ਕੁਝ ਹੁੰਦਾ ਹੈ। कहने लगा पीर वो तो ठीक है, इससे बहुत काम होते हैं, लेकिन बात नहीं बनी। ਜਦੋਂ ਨੇ ਇੰਨੀ ਗੱਲ ਕਹੀ ਨਾ ਤੇ ਹਜ਼ੂਰ ਨੇ ਸਰ ਕਰਕੇ ਸ੍ਰੀ ਸਾਹਿਬ ਹੱਥਾਂ ਚੋਂ ਬਾਹਰ ਕੱਢ ਦਿੱਤੀ, ਸਾਰਿਆਂ ਦੇ ਸਾਹ ਸੁੱਕ ਗਏ। ਮਹਾਰਾਜ ਕਹਿਣਗੇ ਜਿਹੜਾ ਇਹਦੇ ਨਾਲ ਵੀ ਨਾ ਹੋਵੇ ਉਹਨੂੰ ਫਿਰ ਮੈਂ ਇਹਦੇ ਨਾਲ ਕਰ, ਬਸ ਫਿਰ ਕੋਈ ਨਹੀਂ ਬੋਲੇ। तो माया भी एक शक्ति है प्यारियो। महाराज बाणी च कह रहे ने ये मन शक्ति माया विच उलझ के, माया विच परच के मन माया बन जाता। ये अर्थ ये माया विच परच के माया बन जाता है। सीओ सीओ दे इत्थे अर्थ कीते गए ने अकाल पुरख, अकाल पुरख विच परच के अकाल पुरख बन जाए। ये मन पंच तत्त को जियो, जे पंजां तत्तां दे शरीर विच उलझ जाए ਤੇ ਆਪਣੇ ਆਪ ਨੂੰ ਸਰੀਰ ਹੀ ਸਮਝ ਪੈਂਦਾ, ਸਰੀਰ ਦੀਆਂ ਲੋੜਾਂ ਪੂਰੀਆਂ ਕਰਨ 'ਚ ਜ਼ਿੰਦਗੀ ਲੰਘਾ ਦਿੰਦਾ, ਅਸਲ ਮਨੋਰਥ ਨੂੰ ਚੇਤਾ ਹੀ ਨਹੀਂ ਆਉਂਦਾ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਫਿਰ ਹਜ਼ੂਰ ਕਹਿੰਦੇ ਨੇ ਇਹ ਮਨ ਲੈ ਜੋ ਉਨਮਨ ਰਹੇ। ਹੁਣ ਉਨਮਨ ਕੀ ਹੈ? ਪੋਸਟਮਾਰਟਮ ਕੀਤਾ ਉਨਮਨ ਵੀ ਨਹੀਂ ਲੱਭਣਾ। ਉਨਮਨ ਨੂੰ ਸੌਖੇ ਸ਼ਬਦਾਂ 'ਚ ਇੰਜ ਕਹਿ ਲਓ ਬਈ ਦਸਮ ਦਵਾਰ ਵਿੱਚ। ਹੁਣ ਦਸਮ ਦਵਾਰ ਦੀ ਜਦੋਂ ਵਿਆਖਿਆ ਕਰੋਗੇ, ਕੋਈ ਕਹੇਗਾ ਜੀ ਇੱਥੇ ਹੈ, ਕੋਈ ਕਹੇਗਾ ਜੀ ਇੱਥੇ ਹੈ। ਮਸਕੀਨ ਸਾਹਿਬ ਜ਼ਿਆਦਾ ਧੁਨੀ ਤੇ ਜ਼ੋਰ ਦਿੰਦੇ ਸਨ। ਅਸਲ ਵਿੱਚ ਇਹ ਦਿਮਾਗ ਨੂੰ ਹੀ ਇਹ ਕਿਹਾ ਗਿਆ, ਦਿਮਾਗ ਵਿੱਚ ਹੀ ਇਹ ਗੱਲਾਂ, ਜਿੰਨੀ ਕੁ ਮੈਨੂੰ ਸਮਝ ਆਈ। ਇੱਥੇ ਧਿਆਨ ਟਿਕਾਇਆ ਗੱਲ ਨਹੀਂ ਬਣਦੀ, ਜਿੰਨਾ ਮਰਜ਼ੀ ਟਿਕਾ ਦੇ, ਇੱਥੇ ਵੀ ਗੱਲ ਨਹੀਂ ਬਣਦੀ। ਹਾਰਟ ਹੈ ਉਹਨੇ ਬਲੱਡ ਨੂੰ ਅੱਗੇ ਪਿੱਛੇ ਕਰਨਾ, ਤਾਂ ਇੱਥੇ ਵਿਚਾਰ ਇੱਥੋਂ ਲੰਘਦੇ ਟੱਪਦੇ। ਜਦੋਂ ਕੋਈ ਕੌਮਾ 'ਚ ਜਾਂਦਾ ਉਹਦੇ ਹਾਰਟ ਨੂੰ ਥੋੜਾ ਪ੍ਰੋਬਲਮ ਹੁੰਦੀ, ਉਹਦੇ ਗੁਰਦਿਆਂ ਨੂੰ ਥੋੜਾ ਪ੍ਰੋਬਲਮ ਬ੍ਰੇਨ 'ਚ ਹੁੰਦੀ ਹੈ ਨਾ, ਤਾਂ ਉਹ ਕੌਮਾ 'ਚ ਜਾਂਦਾ। ਉਹ ਕੌਮਾ ਉਹਦੇ ਨੇੜੇ ਤੇੜੇ ਹੈ, ਉਨਮਨ ਦੇ ਨੇੜੇ ਤੇੜੇ ਹੈ ਕੌਮਾ। ਹੁਣ ਨਿਰਵਿਚਾਰ ਹੋਣਾ, ਇਹ ਵਿਚਾਰਾਂ ਅਸੀਂ ਇਸ ਕਰਕੇ ਸੁਣ ਰਹੇ ਹਾਂ ਬਈ ਇੱਕ ਦਿਨ ਅਸੀਂ ਨਿਰਵਿਚਾਰ ਹੋ, ਇੱਕ ਦਿਨ ਇਸ ਤਰ੍ਹਾਂ ਕੋਸ਼ਿਸ਼ ਕਰਨੀ ਹੈ ਵੀ ਮੈਂ 10 ਮਿੰਟ ਬੈਠਣਾ ਹੈ। ਮੈਨੂੰ ਖਿਮਾ ਕਰ ਦੇਣਾ, ਗੱਲ ਸਮਝਣਾ, ਥੋੜਾ ਜਿਹਾ ਕਾਲੇ ਨਾ ਪੈ ਜਾਣਾ, ਵੈਗਰੂ ਵੀ ਨਹੀਂ ਰਚਨਾ ਨਾ, ਸਿਰਫ ਬੈਠਣਾ ਹੈ, ਸਿਰਫ ਬੈਠਣਾ। ਕਦੀ ਬੈਠ ਕੇ ਦੇਖਿਓ, ਸਿਰਫ ਬੈਠਣਾ ਹੈ ਔਰ ਕੇਅਰ ਕਰਨਾ ਆਪਣੇ ਆਪ ਨੂੰ। ਮੇਰੇ ਮਨ ਵਿੱਚ ਕੀ ਕੀ ਵਿਚਾਰ ਆ ਰਹੇ ਨੇ,
ਆ ਫਲਾਣਾ ਵਿਚਾਰ, ਇਹਨੂੰ ਰੋਕਣਾ, ਪਿੱਛੇ ਹਟ, ਨਹੀਂ ਅੰਦਰ ਆਓ, ਹੋਰ ਪਿੱਛੇ। ਜਦੋਂ ਤੁਸੀਂ ਨਿਰਵਿਚਾਰ ਹੋ ਗਏ, ਇੱਕ ਪਲ ਜ਼ਿੰਦਗੀ 'ਚ, 1 ਸੈਕਿੰਡ, 10 ਸੈਕਿੰਡ ਦਾ ਸਮਾਂ ਇਸ ਤਰ੍ਹਾਂ ਦਾ ਆ ਗਿਆ, ਬਸ ਉਸ 10 ਸੈਕਿੰਡ ਵਿੱਚ ਵੀ ਉਹਨੇ ਆ ਕੇ ਚੌਂਕੜੀ ਮਾਰ ਕੇ ਉੱਠ, ਉਹ ਰੋਜ਼ ਖੜਾ ਹੈ ਡੋਰ ਤੇ ਤੁਹਾਡੀ ਤੇ, ਬੈਠਣਾ ਚਾਹੁੰਦਾ ਹੈ, ਉਹ ਕਹਿੰਦਾ ਸਪੇਸ ਹੀ ਕੋਈ ਨਹੀਂ। ਫੁਰਨੇ ਚੱਲ ਰਹੇ ਨੇ, ਵਿਚਾਰ ਆ ਰਹੇ ਨੇ, ਜਾ ਰਹੇ ਨੇ, ਕਾਮ ਦੇ ਆ ਰਹੇ ਨੇ, ਕ੍ਰੋਧ ਦੇ, ਲੋਭ ਮੋਹ ਹੰਕਾਰ ਦੇ, ਤ੍ਰਿਸ਼ਨਾ ਦੇ, ਈਰਖਾ ਦੇ, ਮਤਸਰ ਦੇ, ਮੈਂ ਕਿੱਥੇ ਬੈਠਾ। निर्विचार होना, उन्मन रहे। ये मन ले जो उन्मन रहे तो 3 लोक की बातां कहे, फिर उन्होंने त्रिलोकी का ज्ञान। मन का सुभाव मन व्यापी, जिवें साडा सुभाव बन गया ना, उस तरह असीं सारे काम करी जाते, सुभाव नहीं बदल। सुभाव चंगा भी हो सकता है, जे चंगा है तो उहदे मुताबिक करी जाओ, जे चंगा नहीं तो उहनूं भाई बदलने की भी लोड़ है। मन का सुभाव मन व्यापी, मन मार, बई मन मार के काम होता, सेंस उन्हां दी ठीक है, पर मन मारन का अर्थ यह होता है भी काले नहीं पैना, कोई भी काम कर रहे हैं उन्होंने निठ के करिए, आहिस्ता आहिस्ता गल बनेगी, आज ही थोड़ा बन जाएगी। मन मारन कोई सेंस, उन्होंने खत्म नहीं करना, उन्होंने संतुलन में लेना, काबू में करना। जे मन नूं ही मार दिता तो कबीर साहब कहते हैं कवन सिद्ध थापी, कवन मैंने केड़ी सिद्ध, मैंने सफल, तू केड़ी सफलता हासिल की, तू तो मन ही मार करते, तू तो घोड़े ही मार दिते, तेरा रथ कौन खींचेगा। मन मार कवन सिद्ध थापी, कवन सो मुन, मुन दे नन्ने नूं हुशियारी, जिथों आया है उथे साइलेंट नहीं दी, मुनी कहते हैं, मुनी। कवन सो मुन, जो मन मार है, वो मुनी कौन है जिहड़ा अपने मन नूं मार लैंदा, ते जे मार भी लैंदा है ते मन को मार कहो किस तार है, मन नूं ही मार दिता ते तारना किनू है। मन नूं संतुलन करना है, मारना नहीं। मन अंतर बोले सब कोई, मन मारे बिन भगत ना होई। हुण इत्थे मारे दे अर्थ काबू विच करन तो मुराद है। एक काबू च किवें हुंदा, एक छोटा जिहा बचन भाई गुरदास जी का कह के फिर अखीरले पदे दे मैं आखिरी अर्थ करके समाप्ति करांगा, क्योंकि साडे कोल 12 मिनट बचे और मेरा सुभाव मैं एन करैक्ट टाइम दे के समाप्ति कर। एक पुस्तक लिखी है प्रिंसीपल गंगा सिंह ने, मिशनरी कॉलेज के प्रिंसीपल सन, वो बुलारे तैयार करते सन, स्पोक्समैन तैयार करते सन। जे मैं तुहाडे कोल नाम लवां ना उन्हां बुलारियां दा, तुसीं हैरान रह। ज्ञानी जैल सिंह वर्गे राष्ट्रपति, सिख मिशनरी कॉलेज का विद्यार्थी, होम मिनिस्टर बूटा सिंह सिख मिशनरी कॉलेज का विद्यार्थी, और इस तरह के मैं तुहानूं दर्जना गिना सकना जिहड़े तख्तां ते जथेदार रहे, वड्डियां वड्डियां पोस्टां ते गए, मूल रूप च मिशनरी कॉलेज के विद्यार्थी। और रिक्वायरमेंट उन्होंने जमाने सिर्फ 8वीं पास, भाई हुण कल हीनता भाव होगा भाई नाल प्रभाकर कर लई तो वो 10वीं समझी जाती। उदों बाद फिर ज्ञानी का राह खुल जाता, तो ज्ञानी एवं नहीं सन लाते, वो भी एक डिप्लोमा छोटा जो कर लिया। ते प्रिंसीपल गंगा सिंह ने एक किताब लिखी, उसका नाम रखा जनता विच किवें बोलीए। सानू सारिਆਂ ਨੂੰ पढ़नी चाहिए। जनता विच बोलण का मतलब ये नहीं भी सिर्फ माइक ते बोलना है, किते तुसीं 10-15 भैणां बैठियां जे सोफे ते चाह पी रहीआं जे उत्थे भी बोलना पै जांदा है, जे पढ़ लईए ते जाच आ जांदी है। ਉਹਦੇ ਚ बड़ा कुछ उन्होंने लिखा, पर एक गल जिहड़ी इत्थे मैं आप जी नाल साझी करनी, वो कहिंदे भी तुसीं बड़ी वधिया तकरीर कीती है, 1 घंटा बहुत वधिया बोले, कीर्तन कीता, कथा कीती। उन्हां दा मत है, मैं उन्हें फॉलो करना, मैनूं वो गल चंगी लगी। वो कहते 5 मिनट तुसीं उत्ते ला लो, तुसीं सारी लस्सी कर। 5 मिनट भी उत्ते नहीं होने चाहिए। किनूं तुसीं पंक्चुअलिटी किनूं कहते हो जी, 2-3 मिनट तो हो ही जाते हैं। तो कई बार यह करदा साडा लाना, कई थावां ते इन्नी संगत आउंदी है, लालच ते रागियां तुहाडीआं लोड़ां ते है ना। वो कहन लगे, मैं कहा जी ये हुण 5-7 मिनट 10 मिनट के उत्ते लै जांदे ने,
ਉਤੋਂ ਢਾਡੀ ਪਿੱਛੇ ਆ ਕੇ ਗੱਜ ਮਾਰਨ ਲੱਗ ਪੈਂਦੇ ਨੇ ਤੇ ਮੈਂ ਕੀ ਕਰਾਂ। ਕਹਿੰਦੇ ਜੀ ਅਸੀਂ ਬੜੀ ਵਾਰਾਂ ਕਿਹਾ ਟਾਈਮ ਤੇ ਸਮਾਪਤੀ ਨਹੀਂ ਕਰਦੇ। ਮੈਂ ਕਿਹਾ ਵੀ ਮੈਂ ਤੁਹਾਨੂੰ ਜੁਗਤ ਦੱਸ। ਕਹਿੰਦੇ ਜੀ ਕੀ ਆ ਰੱਖਿਆ ਨਾ ਛਿਕੂ ਜਿਹਾ, ਉੱਥੇ ਪਲਾਸਟਿਕ ਦਾ ਸੀ, ਪਲਾਸਟਿਕ ਦਾ ਬੜਾ ਵੇਟਲੈਸ ਜਿਹਾ। ਮੈਂ ਕਿਹਾ ਇੱਕ ਹੋਰ ਲਿਆਓ। ਕਹਿੰਦੇ ਕੀ ਕਰਨਾ। ਮੈਂ ਕਿਹਾ ਤੁਸੀਂ ਲਿਆਓ। ਉਹਨਾਂ ਲੈ ਆਂਦਾ। ਮੈਂ ਕਿਹਾ ਵੀ ਜਦੋਂ ਐਨ ਰਾਈਟ ਟਾਈਮ ਹੋ ਜਾਏ ਨਾ, ਸਕਿੰਟਾਂ ਵਾਲੀ ਸੂਈ ਚੜ ਜਾਏ ਉਹਦੇ ਤੇ, ਉਦੋਂ ਇਹਦਾ ਛਿਕੂ ਚੁੱਕ ਕੇ ਪਾਸੇ ਰੱਖ ਦਿਓ ਤੇ ਜਿਹਦਾ ਅਗਲਾ ਟਾਈਮ ਹੈ ਨਾ ਉਹਦਾ ਰੱਖ ਦਿਓ। ਇਹ ਟਾਈਮ ਤੇ ਸਮਾਪਤੀ ਕਰੋ। ਸੱਚਮੁੱਚ ਅਗਲੇ ਦਿਨ ਹੀ ਪਹੁੰਚੇ, ਅਗਲੇ ਦਿਨ ਤੋਂ ਹੀ ਰਾਈਟ ਟਾਈਮ ਤੇ ਸਮਾਪਤੀ ਹੋ। ਕਹਿਣ ਲੱਗੇ ਸੂਤਰ ਬੜਾ ਆਇਆ ਕੰਮ। ਮੈਂ ਕਿਹਾ ਵੀ ਇਹ ਲੋਭ ਵੀ ਕਰਾਂਦਾ, ਬਹੁਤ ਜ਼ਿਆਦਾ ਗਿਆਨ ਸੰਗਤ ਨੂੰ ਦੇਣ ਦੀ ਭਾਵਨਾ ਨਹੀਂ। ਹੁਣ ਤੁਸੀਂ ਬੜਾ ਚੰਗਾ ਬੋਲੇ ਹੋ, ਜਿਹਨੇ ਤੁਹਾਡੇ ਉੱਤੋਂ ਬੋਲਣਾ ਹੈ ਉਹ ਤੇ 5 ਮਿੰਟਾਂ 'ਚ ਹੀ ਕਲਪ ਗਿਆ। ਤੁਸੀਂ 2 ਘੰਟੇ ਪਾਠ ਕਰਨਾ ਹੈ, 10 ਮਿੰਟ ਤੁਸੀਂ ਆਪਣੇ ਪਾਠੀ ਨੂੰ ਲੇਟ ਛੱਡਿਆ ਹੈ ਨਾ, ਉਹ ਪੂਰਾ ਕਲਪ ਜਾਏ। ਤੁਸੀਂ ਉਹਨੂੰ ਰਾਈਟ ਟਾਈਮ ਤੇ ਛੱਡੋ। ਤੁਸੀਂ ਕਿਉਂ 10 ਮਿੰਟ ਲੇਟ ਛੱਡਦੇ ਹੋ? ਦੇਖੋ 120 ਮਿੰਟ ਉਹ ਬੈਠਾ ਹੈ, 10 ਮਿੰਟ ਤੁਸੀਂ ਲੇਟ ਹੋ ਗਏ, 130 ਹੋ ਗਏ ਤੇ ਤੇਰੇ ਤੇ 110 ਮਿੰਟ ਹੋਏ ਨਾ, 20 ਮਿੰਟ ਦਾ ਫਰਕ ਪੈ ਗਿਆ ਨਾ। ਐਦਾਂ ਸੋਚੋ ਨਾ, ਮੈਥਮੈਟਿਕਸ ਐਦਾਂ ਦਾ ਸਿੱਖੋ ਨਾ। 10 ਮਿੰਟ ਦਾ ਫਰਕ ਨਹੀਂ ਪਿਆ, 20 ਮਿੰਟ ਦਾ ਫਰਕ ਪੈ ਗਿਆ। ਉਹਦੇ ਤੋਂ ਤੂੰ 10 ਮਿੰਟ ਜ਼ਿਆਦਾ ਕੰਮ ਲਿਆ, ਤੂੰ 10 ਮਿੰਟ ਘੱਟ ਕੰਮ ਕੀਤਾ। ਉਹ ਜੀ ਟ੍ਰੈਫਿਕ ਬੜੀ ਸੀ ਜੀ, ਉਹ ਜੀ ਸਾਈਕਲ ਪੰਚਰ ਹੋ ਗਿਆ ਸੀ। ਇਹ ਤੇ ਹੁਣ ਹੁਜਤਾਂ ਨੇ ਨਾ। ਤਾਂ ਉਹ ਕਹਿੰਦੇ ਵੀ ਰਾਈਟ ਟਾਈਮ ਦੇ ਉੱਤੇ ਤੁਸੀਂ ਸਮਾਪਤੀ ਕਰਦੇ। ਜੇ ਨਹੀਂ ਕੀਤੀ ਤੇ ਤੁਸੀਂ ਕਿਤਨੀ ਮਰਜ਼ੀ ਤਕਰੀਰ ਵਧੀਆ ਕੀਤੀ ਏ, ਉਹ ਕਹਿੰਦੇ ਤੁਸੀਂ ਮਿੱਟੀ ਕਰ ਦਿੱਤੀ। ਮਨ ਕਿਵੇਂ ਕਾਬੂ ਆ? ਇੱਕ ਵਾਰੀ ਬੇਨਤੀ ਮੰਨੋ, ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਸ੍ਰੀ, ਕਹਿ ਦਿਆ ਕਰੋ ਸਤਨਾਮ ਸ੍ਰੀ। ਬਹੁਤ ਧੰਨਵਾਦ ਬੇਨਤੀ ਪ੍ਰਵਾਨ ਕਰਨ ਲਈ। ਭਾਈ ਗੁਰਦਾਸ ਕਹਿੰਦੇ ਨੇ ਵੀ ਜੇ ਮਨ ਨੂੰ ਕਾਬੂ ਚ ਕਰਨਾ ਹੋਵੇ ਨਾ ਤੇ ਇਹਦੇ ਪਿੱਛੇ ਦੌੜ ਕੇ ਇਹਨੂੰ ਕੋਈ ਨਹੀਂ ਪਕੜ ਸਕਦਾ, ਕਿਉਂਕਿ ਮਨੁੱਖ ਨਾਲੋਂ ਇਹ ਜ਼ਿਆਦਾ ਤੇਜ਼ ਦੌੜ। ਪਹੁੰਚੇ ਨਾ ਪਾਇਨ, ਪਾਇਨ ਦੇ ਅਰਥ ਕੀਤੇ ਨੇ ਉਹਨਾਂ ਨੇ ਪੈਦਲ। ਸਾਡੇ ਅੰਦਰ ਇਹ ਮਨ। ਸਾਧ ਸੰਗਤ ਮੈਂ ਬੇਨਤੀ ਕਰਾਂਗਾ ਤੇ ਥੋੜੇ ਜਿਹੇ ਮਿੰਟਾਂ ਦੀ ਗੱਲ, ਸੁਰ ਤੇ ਜ਼ੋਰ ਦੇ ਕੇ ਬੇਨਤੀ ਸੁਣ ਲਿਓ। ਅਕਬਿਤ ਸਮਝ ਲਿਓ, ਇਹ ਸਾਰੇ ਸ਼ਬਦ ਦੇ ਵਿਆਖਿਆ ਦਾ ਨਿਚੋੜ ਹੈ। ਅੰਤਰ ਅਛਤ ਹੀ, ਅਛਤ ਚੌਲਾਂ ਨੂੰ ਵੀ ਆਂਦੇ ਕਈਆਂ ਲੱਗ, ਅਛਤ ਹੁੰਦਿਆਂ ਹੋਇਆਂ ਦੇ ਵੀ ਅਰਥ ਕੀਤੇ ਜਾਂਦੇ। ਮਨ ਅੰਦਰ ਹੁੰਦਿਆਂ ਹੋਇਆਂ ਵੀ, ਅੰਤਰ ਅਛਤ ਹੀ, ਅੰਦਰ ਹੁੰਦਿਆਂ ਹੋਇਆਂ ਵੀ ਦਸੰਤਰ ਗਮਨ ਕਰੇ, 10 ਦਿਸ਼ਾਵਾਂ ਵੱਲ ਦੌੜਦਾ। ਕਿਹੜੀਆਂ 10 ਦਿਸ਼ਾ? 4 ਦਿਸ਼ਾ ਤੇ ਤੁਹਾਨੂੰ ਪਤਾ ਨੇ, ਪੂਰਬ, ਪੱਛਮ, ਉੱਤਰ, ਦੱਖਣ। ਤੁਸੀਂ 10 ਦਿਸ਼ਾ ਦਾ ਇਨਸਾਈਕਲੋਪੀਡੀਆ ਚੋਂ ਅਰਥ ਵੇਖਣੇ ਹੋ ਨਾ ਸਾਧ ਸੰਗਤ, ਮਾਨਕੋਸ਼ ਚੋਂ, ਤੇ ਉਹਦੇ ਅਰਥ ਕੀਤੇ ਨੇ 4 ਦਿਸ਼ਾਵਾਂ, 4 ਕੋਨੇ, 4 ਤੇ 4 8, ਤੇ 1 ਆਕਾਸ਼ ਤੇ 1 ਪਤਾਲ, 8 ਤੇ 2 10। ਇਸ ਤਰ੍ਹਾਂ ਇਹਦੇ ਅਰਥ ਕੀਤੇ। 4 ਦਿਸ਼ਾਵਾਂ ਤੇ ਬੜੀਆਂ ਮਸ਼ਹੂਰ ਨੇ ਨਾ, ਜਿਸ ਤਰ੍ਹਾਂ ਨਾਰਥ, ਈਸਟ, ਵੈਸਟ ਤੇ ਸਾਊਥ। ਨਾਰਥ ਦਾ N, ਈਸਟ ਦੀ E, ਵੈਸਟ ਦਾ W, ਸਾਊਥ ਦਾ S ਕੀ ਬਣ ਗਿਆ ਜੀ? NEWS, ਨਿਊਜ਼। 4 ਦਿਸ਼ਾਵਾਂ ਤੇ ਜੋ ਕੁਝ ਵਾਪਰਿਆ ਹੈ ਉਹ ਤੁਹਾਡੇ ਸਾਹਮਣੇ ਪਰੋਸ ਦੇਣਾ ਨਿਊਜ਼ ਹੈ, ਸਮਾਚਾਰ। ਹਰ ਦਿਸ਼ਾ ਦੀ ਖਬਰ ਹੈ ਤੁਹਾਡੇ ਸਾਹਮਣੇ। ਅੱਖਰ ਵੀ ਇਦਾਂ ਹੀ ਇਜਾਦ ਹੁੰਦੇ ਨੇ। ਹੁਣ ਅੰਤਰ ਅਛਤ ਹੀ, ਅੰਦਰ ਹੁੰਦਿਆਂ ਹੋਇਆਂ ਵੀ ਦਸੰਤਰ ਗਮਨ ਕਰੇ, 10 ਦਿਸ਼ਾਵਾਂ ਵੱਲ ਸਾਡਾ ਮਨ ਦੌੜਦਾ ਹੈ। ਪਾਛੇ ਪਰੇ ਪਹੁੰਚੇ ਨਾ ਪਾਇਨ, ਜੋ ਧਾਵੀ, ਪੈਦਲ ਦੌੜ ਕੇ ਇਹਨੂੰ ਕੋਈ ਨਹੀਂ ਪਕੜ ਸਕਦਾ। ਕਹਿਣ ਲੱਗੇ ਜੀ ਸਾਡੇ ਕੋਲ ਰੱਥ ਹੈਗਾ। ਭਾਈ ਸਾਹਿਬ ਕਹਿਣ ਲੱਗੇ ਪਹੁੰਚੇ ਨਾ ਰੱਥ, ਹਾਥੀ ਹੈਗਾ। ਕਹਿਣ ਲੱਗੇ ਪਹੁੰਚੇ ਨਾ ਰੱਥ, ਗੱਜ ਰਾਜ ਬਾਜ ਘੋੜੇ ਤੇ, ਕਿਸੇ ਵੀ ਚੀਜ਼ ਤੇ ਕੋਈ ਬਾਜ ਪਿੱਛੇ ਲਾ ਦਿਓ, ਤੂੰ ਫੜ ਲਿਆ, ਉਹ ਵੀ ਨਹੀਂ ਫੜ ਸਕਦਾ। ਪਹੁੰਚੇ ਨਾ ਖੱਗ ਮ੍ਰਿਗ, ਕੋਈ ਵੀ ਇਹਦਾ ਪਿੱਛਾ ਨਹੀਂ, ਕਿ ਇਹਨਾਂ ਤੇਜ਼ ਦੌੜਦਾ। ਅੰਤਰ ਅਛਤ ਹੀ ਦਿਸ਼ੰਤਰ ਗਮਨ ਕਰੇ, ਪਾਛੇ ਪਰੇ ਪਹੁੰਚੇ ਨਾ ਪਾਇਨ, ਜੋ ਧਾਵੀ, ਪਹੁੰਚੇ ਨਾ ਰੱਥ, ਪਹੁੰਚੇ ਨਾ ਗੱਜ ਰਾਜ ਬਾਜ, ਪਹੁੰਚੇ ਨਾ ਖੱਗ ਮ੍ਰਿਗ, ਫੰਦ ਉਡਾ, ਹਿਰਨ ਵੀ ਨਹੀਂ ਪਕੜ ਸਕਦਾ। ਪਹੁੰਚੇ ਨਾ ਪਵਨ ਗਵਨ ਤ੍ਰਿਭਵਨ ਪ੍ਰਤ, ਅਰਧ ਉਰਧ ਅੰਤਰੀਸ਼ਵਰ, ਹਵਾ ਵੀ ਇਹਨੂੰ ਨਹੀਂ ਪਕੜ ਸਕਦੀ। ਪਵਨ ਗਵਨ ਤ੍ਰਿਭਵਨ, ਭਾਵੇਂ ਤਿੰਨਾਂ ਲੋਕਾਂ 'ਚ ਹਵਾ ਦੀ ਪਹੁੰਚ ਨਹੀਂ ਪਕੜ ਸਕਦੀ।
ਪਹੁੰਚੈ ਨਾ ਪਵਨ ਗਵਨ ਤ੍ਰਿਭਵਨ ਪ੍ਰਤ ਅਰਧ ਉਰਧ ਉੱਤੇ ਤੇ ਥੱਲੇ ਅੰਤਰੀਛ ਹਵੈ ਨਾ ਪਾਵੀ। ਮਨ ਨੂੰ ਕੋਈ ਨਹੀਂ ਕਾਬੂ ਕਰ ਸਕਦਾ। ਭਾਈ ਜੀ ਫਿਰ ਦੱਸੋ ਮਨ ਕਿਵੇਂ ਕਾਬੂ ਕਰੀਏ? ਤੇ ਭਾਈ ਸਾਹਿਬ ਕਹਿਣ ਲੱਗੇ ਪੰਜ ਦੂਤ ਭੂਤ ਲਗ ਅਧੰਮ ਅਸਾਧ ਮਨ। ਮਨ ਮੂਲ ਰੂਪ ਵਿੱਚ ਮਾੜਾ ਨਹੀਂ, ਇਹਦਾ ਅਸਲਾ ਮਾੜਾ ਨਹੀਂ, ਇਹਦੀ ਸੰਗਤ ਮਾੜਿਆਂ ਦੀ ਤਾਂ ਵਿਗੜ ਗਿਆ। ਕਿਹਨਾਂ ਦੀ ਸੰਗਤ ਚ ਵਿਗੜ ਗਿਆ ਜੀ? ਪੰਜ ਦੂਤ ਭੂਤ ਲਗ, ਪੰਜਾਂ ਵਕਾਰਾਂ ਦੀ ਸੰਗਤ ਚ ਵਿਗੜ। ਪੰਚ ਦੂਤ ਭੂਤ ਲਗ ਅਧੰਮ ਅਸਾਧ ਮਨ। ਅਧੰਮ ਕਹਿੰਦੇ ਗਿਰੇ ਹੋਏ, ਅਸਾਧ ਕਹਿੰਦੇ ਜਿਹਨੇ ਸਾਧਿਆ ਨਹੀਂ, ਆਪਣੇ ਆਪ ਨੂੰ ਵਿਗੜਿਆ ਹੋਇਆ। ਭਾਈ ਸਾਹਿਬ ਇਹ ਵੀ ਤੇ ਦੱਸੋ ਕਾਬੂ ਕਿਵੇਂ ਕਰੀਏ? ਤੇ ਭਾਈ ਸਾਹਿਬ ਕਹਿਣ ਲੱਗੇ ਗਹੇ ਗੁਰ ਗਿਆਨ, ਗਹੇ ਗੁਰ ਗਿਆਨ ਕੁੰਭੇ ਜਦ ਬੱਧਾ ਜਲ ਰਹੇ। ਜਲ ਬਿਨ ਕੁੰਭ ਨਾ ਹੋਏ। ਘੜੇ ਵਿੱਚ ਪਾਣੀ ਕੈਦ ਕਰਕੇ ਰੱਖਿਆ ਜਾ ਸਕਦਾ, ਡੁੱਲਦਾ ਨਹੀਂ, ਪਰ ਘੜਾ ਵੀ ਤੇ ਮਿੱਟੀ ਤੇ ਪਾਣੀ ਦੀ ਸੰਗਤ ਨਾਲ ਬਣਦਾ। ਪਾਣੀ ਨਾ ਹੋਵੇ ਤੇ ਬਣਦਾ ਘੜਾ ਵੀ ਕੋਈ ਨਹੀਂ। ਮਨ ਹੀ ਭੈੜੇ ਪਾਸੇ ਜਾਂਦਾ ਹੈ, ਮਨ ਹੀ ਚੰਗੇ ਪਾਸੇ ਲੈ ਕੇ ਜਾਏਗਾ। ਇਹਨੂੰ ਮਾਰਨਾ ਨਹੀਂ, ਇਹਦਾ ਸਦਉਪਯੋਗ ਕਰਨਾ, ਦੁਰਉਪਯੋਗ ਰੋਕਣਾ। ਪਾਣੀ ਨਾਲ ਹੀ ਘੜਾ ਬਣਦਾ ਹੈ, ਔਰ ਪਾਣੀ ਦਾ ਬਣਿਆ ਹੋਇਆ ਘੜਾ ਹੀ ਉਸ ਪਾਣੀ ਨੂੰ ਡੁੱਲਣ ਤੋਂ ਰੋਕਦਾ ਹੈ। ਮਨ ਹੀ ਨਿਵਾਨ ਵਿੱਚ ਲਿਜਾਂਦਾ ਹੈ, ਮਨ ਹੀ ਸਾਨੂੰ ਚੰਗੇ ਪਾਸੇ ਵੀ ਲੈ ਕੇ ਜਾਏ। ਇਸ ਲਈ ਇਹਨੂੰ ਮਾਰਨਾ ਨਹੀਂ, ਇਹਨੂੰ ਬੈਲੈਂਸ ਕਰਨਾ, ਸੰਤੁਲਨ ਕਰਨਾ। कुंभे बद्धा जल रहे, जल बिन कुंभ ना होए। ज्ञान का बद्धा मन रहे, गुर बिन ज्ञान ना हो। इसलिए गहे गुर ज्ञान, गुरु दे ज्ञान राही प्लस साध संग बस। संगत विच बैठ के गुरु दे ज्ञान नूं हासिल करना है, क्योंकि इत्थे ये ज्ञान बहुत ज्यादा ग्रोथ करता है, जिन्होंने मल्टीप्लाई कहते हैं। इसलिए संगत के उत्ते जो वो गल थोड़ी जी सूक्ष्म है, वो किद्दां होंदा है भी जदों असीं संगत च बैठने आ, कदी कदी तो इस तरह होंदा भी बड़ा सोहना माहौल बनिया। तुसीं नोटिस कीता होवे, एक डिस्टर्ब व्यक्ति आ, पिछला जन्म उदू पिछला सारे गलत सन, मेरे खिमा दा कदी मैडिटेशन नहीं कीता, कदी मन मार के नहीं देखा। इत्थे भी होता है वो बंदा अंदर आ जाए। ਤੁਸੀਂ ਕਦੀ ਨੋਟਿਸ ਕਰਿਓ, ਮੈਨੂੰ 30 ਕੁ ਸਾਲ ਹੋ ਗਿਆ ਸਟੇਜਾਂ ਤੇ ਬਹਿੰਦਿਆਂ, ਕੁਛ ਨਹੀਂ ਹੋਇਆ, ਪਰ ਇੱਕਦਮ ਸਭ ਤੇ ਪਰਵਿੱਤਰ ਸਾਰੀ ਇਕਾਗਰਤਾ ਖਤਮ। ਔਰ ਕਦੀ ਕਦੀ ਇਸ ਤਰ੍ਹਾਂ ਦੀਆਂ ਰੂਹਾਂ ਆ ਕੇ ਬੈਠ ਜਾਂਦੀਆਂ ਨੇ, ਮਾਹੌਲ ਇੱਕਦਮ ਸ਼ਾਂਤ ਹੋ। ਉਹ ਜਿਹੜੇ ਵੇਵਸ ਨੇ ਉਹ ਤੁਹਾਨੂੰ ਵੀ ਸ਼ਾਂਤ ਕਰ, ਡਿਸਟਰਬ ਤੁਹਾਨੂੰ ਵੀ ਡਿਸਟਰਬ ਕਰ ਦਿੰਦੇ, ਔਰ ਜੁੜਿਆ ਹੋਇਆ ਤੁਹਾਨੂੰ ਵੀ ਜੋੜ ਦਿੰਦਾ। ਇਸ ਲਈ ਸੰਗਤ ਵਿੱਚ ਥੋੜਾ ਜ਼ਿਆਦਾ ਅਸਰ। ਇਹ ਹੁਣ ਜਿਹੜਾ ਅਸੀਂ ਮਾਹੌਲ ਨੂੰ ਸੰਗਤ ਕਹਿੰਦੇ ਹਾਂ, ਵੈਸੇ ਇਹ ਤੇ ਸੰਗਤ ਨਹੀਂ ਨਾ, ਕਿਉਂਕਿ ਸਾਡੀ ਇੱਥੇ ਪਰੰਪਰਾ, ਅਸੀਂ ਕਿਸੇ ਨੂੰ ਇਹ ਤਾਂ ਨਹੀਂ ਕਹਿ ਸਕਦੇ ਵੀ ਤੂੰ ਤੇ ਡਿਸਟਰਬ ਹੈ, ਅੰਦਰ ਨਾ ਨਹੀਂ ਭਾਈ, ਉਹ ਆਵੇਗਾ ਤਾਂ ਉਹਦਾ ਸੁਧਾਰ ਹੋਵੇਗਾ। ਲਿਹਾਜ਼ਾ ਕਈ ਵਾਰ ਮਿਕਸ ਜਿਹਾ ਹੋ ਕੇ ਹੋਰ ਹੀ ਤਰ੍ਹਾਂ ਦਾ ਖਿਚੜੀ ਜੀ ਬਣ ਜਾਂਦੀ ਹੈ ਵਾਤਾਵਰਨ। ਕਦੀ ਕਦੀ ਮਾਹੌਲ ਬੜਾ ਸੁੰਦਰ ਬਣ ਵੀ ਜਾਂਦਾ। ਪੰਚ ਦੂਤ ਭੂਤ ਲਗ ਅਧੰਮ ਅਸਾਧ ਮਨ, ਗਹੇ ਗੁਰ ਗਿਆਨ साध संग बस आवई। बचे हुए एक पदे दे अर्थ करते हैं, मन अंतर बोले सब कोई, मन मारे बिन भगत नाल। मन नूं काबू कीते बिना भगती भी नहीं। कहो कबीर जो जाने भेओ। ये भाई मन दे संबंध विच जिन्नू ये रमज समझ विच आ, किहड़ी रमज? आ लगातार 1 घंटा जिन्ना रमजां दी गल। ड्राइवर ਨੂੰ ਸਮਝਾਉਣਾ ਪੈਂਦਾ 에ਅਰਪੋਰਟ ਜਾਣਾ, ਕਾਰ ਨੂੰ ਨਹੀਂ ਕਹਿਣਾ ਪੈਂਦਾ ਵੀ ਸਵਾਰੀਆਂ 에ਅਰਪੋਰਟ ਛੱਡ, ਬੱਸ ਨੂੰ ਨਹੀਂ ਕਹਿਣਾ ਪੈਂਦਾ, ਬੱਸ ਤੇ ਡਰਾਈਵਰ ਨੂੰ ਕਹਿਣਾ। ਮਨ ਹੈ, ਦਿਸਦਾ ਨਹੀਂ, ਸੁੰਘ ਨਹੀਂ ਸਕਦੇ, ਛੂ ਨਹੀਂ ਸਕਦੇ। ਗ੍ਰੈਵਿਟੀ ਹੈ, ਭਾਵੇਂ ਉਹ ਗ੍ਰੈਵਿਟੀ ਸਾਨੂੰ ਦਿਸਦੀ ਨਹੀਂ, ਛੂ ਨਹੀਂ ਸਕਦੇ, ਸੁੰਘ ਨਹੀਂ ਸਕਦੇ। ਪੀੜ ਹੁੰਦੀ ਹੈ, ਮਹਿਸੂਸ ਹੁੰਦੀ ਹੈ, ਦਿਸਦੀ ਨਹੀਂ, ਪਰ ਪੀੜ ਹੈ, ਗ੍ਰੈਵਿਟੀ ਹੈ। ਅਸੀਂ ਮੰਨ ਲਿਆ ਗ੍ਰੈਵਿਟੀ ਹੈ, ਅਸੀਂ ਮੰਨ ਲਈਏ ਵੀ ਮਨ ਵੀ ਹੈ, ਭਾਵੇਂ ਦਿਸਦਾ ਨਹੀਂ, ਇਸ ਤਨ ਦੇ ਵਿੱਚ ਉਹਦਾ ਵਾਸ ਹੈ। ਇਹ ਭੇਦ ਜਿਹਨੂੰ ਸਮਝ ਆ ਗਿਆ, ਜਿਹੜੇ ਬਰੀਕ ਭੇਦ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ। ਤੇ ਕਬੀਰ ਸਾਹਿਬ ਕਹਿੰਦੇ ਨੇ, ਕਹੋ ਕਬੀਰ ਜੋ ਜਾਣੈ ਭੇਓ,
ਮਨ ਮਧੂਸੂਦਨ, ਕਿੱਡਾ ਵੱਡਾ ਮਰਾਤਮਾ ਦੇ। ਮਧੂਸੂਦਨ ਪਤਾ ਕਿਹਨੂੰ ਕਹਿੰਦੇ? ਪਰਮਾਤਮਾ ਨੂੰ ਕਹਿੰਦੇ ਮਧੂਸੂਦਨ। ਤੇਰਾ ਮਨ ਪਰਮਾਤਮਾ ਬਣ ਜਾਏ ਜੇ ਤੂੰ ਆ ਰਮਜਾਂ ਸਮਝ ਕੇ ਫੋਲੋ ਕਰ ਲਈ, ਇੰਪਲੀਮੈਂਟ ਕਰ ਲਈ, ਅਮਲ ਪਹਿਮ ਕਰ ਲਿਆ। ਕਹੋ ਕਬੀਰ ਜੋ ਜਾਣੈ ਭੇਉ ਰਮਜ। ਰਮਜ ਸਮਝਣ ਲਈ ਇਕਾਗਰਤਾ ਚਾਹੀਦੀ ਹੈ। ਰਮਜ ਸਮਝਣ ਲਈ ਥੋੜਾ ਜਿਹਾ ਮਨ ਨੂੰ ਟਿਕਾ ਕੇ ਬਹਿਣਾ ਪੈਂਦਾ ਹੈ। ਰਮਜ ਸਮਝਣ ਲਈ ਥੋੜਾ ਜਿਹਾ ਦਿਮਾਗ ਖੁਰਚਣਾ ਪੈਂਦਾ ਹੈ। ਹਾਰਮੋਨੀਅਮ ਵੱਜਦੇ ਨੇ, ਤਬਲਾ ਵੱਜਦਾ, ਤਿੰਨ ਜਣੇ ਗਾਉਂਦੇ ਨੇ, ਉਹਦੇ ਵਿੱਚ ਲੁਤਫ ਹੈ, ਰਸ ਹੈ। ਪਰ ਇਹ ਮੈਥਮੈਟਿਕਸ ਦਾ ਪੀਰੀਅਡ, ਮੈਥਮੈਟਿਕਸ ਦੇ ਪੀਰੀਅਡ 'ਚ ਖੁਸ਼ੀ ਨਾਲ ਗਾਉਂਦੇ, ਬਾਰੀ ਦੇ ਬੱਚੇ ਜਾਂਦੇ, ਪਰ ਸਮਝ ਆ ਜਾਏ ਤੇ ਫਿਰ ਕੀ ਬਾਤ। ਇਸ ਲਈ ਸ਼ੁਰੂ ਵਿੱਚ ਇਹ ਵਿਸ਼ਾ ਡਰਾਈ ਲੱਗਦਾ। ਇਹਦੇ ਵਿੱਚ ਵੀ ਕਈ ਵਿਸ਼ੇ ਨੇ, ਕਥਾ ਵਿੱਚ ਕਈ ਸਵਾਦਲੇ ਵੀ ਹੁੰਦੇ ਨੇ, ਕਦੀ ਕਦੀ ਬੜੇ ਉਹ ਥੋੜੇ ਜਿਹੇ ਟਫ ਜਿਹੇ, ਬੜੇ ਪੇਚੀਦਾ ਜਿਹੇ ਹੁੰਦੇ ਨੇ, ਉਹ ਮਨ ਥੋੜਾ ਜਿਹਾ ਭੱਜੂ ਵੀ ਕਰਦਾ। ਪਰ ਭਾਈ ਭੱਜੂ ਕੀਤਿਆਂ ਗੱਲ ਨਹੀਂ ਬਣਨੀ। ਉਹ ਜਿਹੜਾ ਮੈਥਡ ਹੈ ਉਹ ਹੁਣ ਨਾ ਸਮਝੇਗਾ ਤੇ ਫਿਰ ਸਮਝਣਾ ਪਏਗਾ, ਨਾ ਸਮਝੇਗਾ ਤੇ ਉਤੀਰਨ ਨਹੀਂ ਹੋਵੇਗਾ, ਤੇ ਹੁਣ ਨਾ ਸਮਝਿਆ ਫਿਰ ਸਮਝਣਾ ਪਏਗਾ। ਸਮਝਣਾ ਤੇ ਪੈਣਾ ਕਿਉਂਕਿ ਤੇਰੇ ਸਿਲੇਬਸ ਦਾ, ਤੇਰੇ ਪ੍ਰੋਸਪੈਕਟ ਦਾ ਹਿੱਸਾ। ਕੀ ਕਰੇਗਾ? ਮਨ ਮਧੂਸੂਦਨ, ਮਨ ਰੱਬ ਬਣ ਜਾਏਗਾ। ਤ੍ਰਿਭਵਨ ਦੇ ਉਹ ਤਿੰਨਾਂ ਲੋਕਾਂ ਦਾ ਉਹ ਸਰਮੋਰ ਬਣ ਗਿਆ। ਪਰ ਕਦੋਂ? ਜਦੋਂ ਮਨ ਕਾਬੂ ਵਿੱਚ ਆ। ਮਮਾ ਮਨ ਸੋ ਕਾਲ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸੋ ਕਹੈ, ਕਬੀਰਾ ਮਨ ਸਾ ਮਿਲਿਆ ਨਾ ਕੋਏ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਫਿਰ ਇਹ ਮਨ ਲੈ ਜੋ ਉਨਮਨ ਰਹੈ, तो तीन लोग की बात। तो इस शब्द ਵਿੱਚ ਸਾਰੇ ਸ਼ਬਦ ਵਿੱਚ ਇੱਕੋ ਹੀ ਵਿਸ਼ਾ ਹੈ, ਉਹ ਹੈ ਮਨ। ਇੱਕ ਮੇਰੇ ਤੋਂ ਅੱਜ ਬੜੀ ਵੱਡੀ ਮਿਸਟੇਕ ਹੋਈ ਹੈ, ਉਹ ਮੈਂ ਕਿਹਾ ਮਤਲਬ ਉਹ ਮਿਸਟੇਕ ਕੀ ਹੋਈ ਹੈ ਬਈ, ਗਲਤੀ ਨਾਲ ਮੈਂ ਜਿਸ ਸ਼ਬਦ ਦੀ ਤਿਆਰੀ ਕਰਕੇ ਆ ਗਿਆ, ਉਹ ਸ਼ਬਦ ਦੀ ਅੱਜ ਟਰਮ ਨਹੀਂ ਸੀ, ਉਹਦੇ ਵਿਚਕਾਰ ਇੱਕ ਹੋਰ ਸ਼ਬਦ ਸੀ। ਫਿਰ ਉਹਦੀ ਵਿਆਖਿਆ ਕਰਨ ਲੱਗਿਆ ਜਦੋਂ ਇੱਥੇ ਆ ਕੇ ਮੈਨੂੰ ਪਤਾ ਲੱਗਾ, ਤੇ ਮੇਰੇ ਮਨ 'ਚ ਵਿਚਾਰ ਆਈ ਵੀ ਇਹਨੂੰ ਮੈਂ ਫਰੇਮ ਨਹੀਂ ਕਰਕੇ ਆ, ਇਹਦੀ ਮੈਂ ਸਟੱਡੀ ਨਹੀਂ ਕਰਕੇ ਆ, ਲਿਹਾਜ਼ਾ ਇਹ ਮੈਂ ਚੰਗੇ ਢੰਗ ਨਾਲ ਐਕਸਪਲੇਨ ਨਹੀਂ ਕਰ ਸਕਾਂਗਾ, ਔਰ ਇਹ ਨਾ ਇਨਸਾਫੀ ਹੋ ਜਾਏਗੀ ਸੰਗਤ ਨਾਲ। तो वो मैंने हुण भलके बैक जाके उस शब्द की व्याख्या करनी, ये भी मैरिज कर। तो फिर इस तो अगले शब्द की जिहदी टर्म है वो भुलेखा लगा, गलती लगी, और गलती नाल एक शब्द जिहड़ा है वो रह गया। वो शब्द है गगन रसाल चूहे मेरी पाठी, संच महारस तन पया काठी। शराब पीते ना शराबी ते मतवाले हुंदे ने, एक धार्मिक लोगों वास्ते भी शराब, वो कबीर साहब कहते वो किद्दां कड्ढना है, ਉਹਦਾ ਰਾ ਮਟੀਰੀਅਲ ਕੀ ਹੈ। ਉਹ ਕਹਿੰਦੇ ਮੈਂ ਤੁਹਾਨੂੰ ਕੱਲ ਨੂੰ ਜਾਂਚ ਦੱਸਾਂਗਾ, ਲਾਣ ਕਿੰਨੇ ਦਿਨਾਂ 'ਚ ਤਿਆਰ ਹੁੰਦੀ ਹੈ, ਫਿਰ ਅਰਕ ਕਿਵੇਂ ਕੱਢਣਾ ਹੈ, ਤੇ ਉਹਨੂੰ ਪੀਣਾ ਕਿਸ ਤਰ੍ਹਾਂ। ਉਹ ਅਧਿਆਤਮਕਵਾਦ ਦਾ ਜਿਹੜਾ ਸ਼ਰਾਬ ਹੈ ਉਹ ਆਪਾਂ ਕੱਲ ਕੱਢਣ ਦੀ ਜਾਂਚ ਸਿੱਖਾਂਗੇ ਸੰਗਤ ਵਿੱਚ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਿਸ਼ ਕਰਨੀ। ਸੋ ਸਾਧ ਸੰਗਤ ਜੀ, ਜਿਸ ਪ੍ਰਕਾਰ ਆਪ ਸਾਰੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਹੇਠਾਂ ਬੇਸਮੈਂਟ ਵਿੱਚ ਫਰਸ਼ ਦੀ ਸੇਵਾ ਔਰ ਪੈਲਟਾਂ बनाने का काम जो उलीझा गया, तो वो वास्ते बहुते चो बहुता थोड़े तो थोड़ा हिस्सा पा के प्रबंधकों बनवाती बनाओ खाओ। और बहुत ही सत्कार भाई जगदीप सिंह जी अपने जत्थे सवेरे